प्यारे बच्चों, ਅੱਜ ਆਪਾਂ ਤੁਹਾਡੇ ਲਈ ਤ੍ਰਿਭੁਜ ਅਤੇ ਚੱਕਰ ਚੈਪਟਰ ਦੇ ਵਿੱਚੋਂ ਕੁਝ ਮਹੱਤਵਪੂਰਨ ਪ੍ਰਸ਼ਨ ਡਿਸਕਸ ਕਰਾਂਗੇ। ਇਹਦੇ ਵਿੱਚੋਂ ਕੁਛ ਕੁਐਸਚਨ ਆਪਾਂ ਇੱਕ ਨੰਬਰ ਵਾਲੇ ਅਤੇ ਕੁਛ ਆਪਾਂ ਦੋ ਨੰਬਰ ਵਾਲੇ ਅਤੇ 6 ਅੰਕਾਂ ਵਾਲੇ ਤੁਹਾਨੂੰ ਪ੍ਰਸ਼ਨ ਦੱਸਾਂਗੇ ਵੀ ਕਿਹੜੇ ਕੁਐਸਚਨ ਜ਼ਿਆਦਾ ਇੰਪੋਰਟੈਂਟ ਨੇ। ਤਾਂ ਤੁਸੀਂ ਇਸ ਵੀਡੀਓ ਨੂੰ ਐਂਡ ਤੱਕ ਦੇਖਣਾ ਹੈ। ਫਸਟ ਕੁਐਸਚਨ ਬੇਟਾ, ਇਹਦੇ ਵਿੱਚ 57 ਨੰਬਰ ਕੁਐਸਚਨ ਹੈ ਜਿਹੜਾ, ਸਾਰੇ ਚੱਕਰ ਡੈਸ਼ ਹੁੰਦੇ ਹਨ। ਤਾਂ ਸਭ ਨੂੰ ਹੀ ਪਤਾ ਹੁੰਦਾ ਸਾਰੇ ਚੱਕਰ ਕੀ ਹੁੰਦੇ ਨੇ ਬੇਟਾ, ਸਮਰੂਪ। ਕੋਈ ਚੱਕਰ ਵੱਡਾ ਹੁੰਦਾ, ਕੋਈ ਛੋਟਾ, ਐਵੇਂ ਸਾਰੇ ਚੱਕਰ ਕੀ ਹੁੰਦੇ ਨੇ, ਇੱਕੋ ਜਿਹੇ ਲੱਗਦੇ ਨੇ ਆਪਾਂ ਨੂੰ, ਰੂਪ ਉਹਨਾਂ ਦਾ ਇੱਕੋ ਜਿਹਾ ਹੁੰਦਾ, ਇਸ ਕਰਕੇ ਆਪਾਂ ਉਹਨਾਂ ਨੂੰ ਸਮਰੂਪ ਕਹਿੰਦੇ ਹਾਂ। ਅਗਲਾ ਕੁਐਸਚਨ, ਸਾਰੇ ਵਰਗ ਸਮਰੂਪ ਹੁੰਦੇ ਹਨ, ਸਹੀ ਗਲਤ? ਇਹ ਸਟੇਟਮੈਂਟ ਸਹੀ ਹੈ, ਸਾਰੇ ਵਰਗ ਸਮਰੂਪ ਹੁੰਦੇ ਹਨ। ਅਗਲਾ, ਸਾਰੇ ਡੈਸ਼ ਤ੍ਰਿਭੁਜ ਹੁੰਦੇ ਹਨ। ਇੱਥੇ ਥੋੜ੍ਹਾ ਜਿਹਾ ਇਹਨਾਂ ਨੇ ਕਰਤਾ, ਸਮਰੂਪ ਹੋਣਾ ਸੀ, ਇੱਥੇ ਮਿਸ ਆ ਬੇਟਾ। ਸਾਰੇ ਡੈਸ਼ ਤ੍ਰਿਭੁਜ ਸਮਰੂਪ ਹੁੰਦੇ ਹਨ, ਤਾਂ ਕਿਹੜਾ ਆਏਗਾ ਬੇਟਾ? ਕਿਹੜੇ ਡੈਸ਼ ਤ੍ਰਿਭੁਜ ਸਮਰੂਪ ਹੁੰਦੇ ਨੇ? ਸਮਭੁਜੀ, ਜਿਨ੍ਹਾਂ ਦੀਆਂ ਤਿੰਨੇ ਭੁਜਾਵਾਂ ਬਰਾਬਰ ਹੋਣਗੀਆਂ ਉਹ ਤ੍ਰਿਭੁਜ ਆਕਾਰ ਦੇ ਵਿੱਚ ਭਾਵੇਂ ਵੱਡੇ ਛੋਟੇ ਹੋ ਸਕਦੇ ਨੇ, ਪਰ ਉਹ ਸਮਰੂਪ ਹੋਣਗੇ। ਠੀਕ ਹੈ, ਇਹਦੇ ਲਈ ਸਮਰੂਪ ਪਹਿਲੀ ਆਪਸ਼ਨ ਸਮਭੁਜੀ ਆਏਗੀ। ਦਿੱਤੇ ਗਏ ਚਿੱਤਰ ਇੱਕ ਦਾ ਅਧਿਐਨ ਕਰਕੇ ਸਹੀ ਕਥਨ ਚੁਣੋ। ਆਹ ਆਪਣੇ ਕੋਲ ਡਾਇਗਰਾਮ ਦਿੱਤੀ ਹੋਈ ਹੈ, ਇਹਦੇ ਵਿੱਚੋਂ ਆਪਾਂ ਦੇਖਣਾ ਵੀ ਕਿਹੜੀ ਤ੍ਰਿਭੁਜ ਕਿਹੜੀ ਦੇ ਸਮਰੂਪ ਹੈ। ਠੀਕ ਹੈ ਬੇਟਾ, ਦੇਖੋ ਜੇ ਇੱਧਰਲੇ ਪਾਸੇ 6 ਹੈ ਅਤੇ ਇਹਨੂੰ ਆਪਾਂ 6 ਤੋਂ ਸ਼ੁਰੂ ਕਰੀਏ ਤਾਂ ਇੱਧਰਲੇ ਪਾਸੇ 12 ਤੋਂ ਸ਼ੁਰੂ ਹੋਊ, ਫਿਰ ਮਤਲਬ ਇਹ ਇੱਧਰਲੇ ਪਾਸੇ ਨੂੰ ਆਊਗੀ। ਠੀਕ ਹੈ, ਪਰ 6 ਤੋਂ ਬਾਅਦ ਇਹ 3.8 ਨੂੰ। ਠੀਕ ਹੈ, ਜੇ ਆਪਾਂ ਇਸ ਹਿਸਾਬ ਨਾਲ ਦੇਖੀਏ, ਪਹਿਲੀ ਆਉਂਦਾ ABC, ਤਾਂ ਆਪਾਂ ABC ਦੇ ਹਿਸਾਬ ਨਾਲ ਦੇਖਦੇ ਹਾਂ। ਪਹਿਲਾਂ ਆਉਂਦਾ A ਤੋਂ ਆਪਾਂ B, ਮਤਲਬ 3.8 ਤੋਂ ਦੁੱਗਣਾ ਕਿਹੜਾ ਹੈ? 7.6। ਠੀਕ ਹੈ, ਤਾਂ 7.6 ਇੱਥੇ ਹੈ। ਉਦੋਂ ਬਾਅਦ ਇਹ ਜਾਂਦਾ 6 ਵਾਲੇ ਪਾਸੇ, 6 ਤੋਂ ਦੁੱਗਣਾ ਕਿਹੜਾ ਬੇਟਾ? 12, ਤਾਂ ਐਵੇਂ ਆਊਗਾ। RQP, ਇੱਧਰ ABC ਹੈ, ਇੱਧਰ ਤ੍ਰਿਭੁਜ ABC ਤੋਂ ਸ਼ੁਰੂ ਕੀਤਾ ਆਪਾਂ, ਕਿਉਂਕਿ ਇਹ ਸਿੰਪਲ ਇਹਦਾ ਦੁੱਗਣੇ ਕੀਤੇ ਹੋਏ ਆ ਸਾਰੀਆਂ ਭੁਜਾਵਾਂ ਇਹਦੀਆਂ। ਤਾਂ ਜੇ ਇੱਧਰ 3.8 ਤਾਂ ਇੱਧਰ 7.6 ਹੋਊਗੀ, ਇੱਧਰ ਜੇ 6 ਹੈ ਤਾਂ ਇੱਧਰ 12 ਹੋਊਗੀ। ਤਾਂ ਇੱਧਰੋਂ ਆਇਆ RQP, ਸਮਰੂਪ ਤ੍ਰਿਭੁਜ RQP। ਤ੍ਰਿਭੁਜ ABC ਸਮਰੂਪ ਤ੍ਰਿਭੁਜ RQP। ਤੇ ਇਹਦੇ ਲਈ ਕਿਹੜੀ ਆਪਸ਼ਨ ਸਹੀ ਬਣੂਗੀ ਬੇਟਾ? C ਆਪਸ਼ਨ। ਅੱਗੇ ਅਗਲਾ ਕੁਐਸਚਨ, ਚਿੱਤਰ ਇੱਕ ਦਾ ਅਧਿਐਨ ਕਰਕੇ ਕੋਣ P ਪਤਾ ਕਰੋ। ਕੋਣ P ਆਪਾਂ ਦੱਸਣਾ ਵੀ ਕਿੰਨਾ ਹੋਏਗਾ। ਇਹ ਵੀ ਦੇਖੋ ਇਸ ਡਾਇਗਰਾਮ ਦੇ ਵਿੱਚ ਕੋਣ P ਕਿੰਨਾ ਹੋਏਗਾ, ਆਪਾਂ ਇੱਥੇ ਕਰਕੇ ਹਟੇ ਹਾਂ। ਅਗਲੇ ਪਹਿਲਾਂ ਵਾਲੇ ਕੁਐਸਚਨ ਦੇ ਵਿੱਚ ਵੀ ਤ੍ਰਿਭੁਜ ABC ਹੈ ਜਿਹੜੀ ਉਹ ਸਮਰੂਪ ਹੈ ਕਿਹੜੀ ਤ੍ਰਿਭੁਜ ਦੇ ਬੇਟਾ? ਤ੍ਰਿਭੁਜ RQP ਤੇ। ਇਹਨਾਂ ਨੇ ਕਿਹਾ P ਕੋਣ ਪਤਾ ਕਰੋ, ਤਾਂ P ਕੋਣ ਕਿਹੜਾ ਹੋਊਗਾ? ਜਿਹੜਾ ਕੋਣ C ਤੇ ਬਣੂਗਾ। ਹੁਣ C ਤੇ ਦੇਖੋ ਕਿੰਨਾ ਬਣੂਗਾ, ਇੱਥੇ 80 ਹੈ, ਇੱਥੇ 60 ਹੈ, ਇਹਨਾਂ ਦੋਵਾਂ ਦਾ ਜੋੜ ਕਿੰਨਾ ਹੋ ਜਾਊਗਾ? 80 ਅਤੇ 60 ਦਾ ਜੋੜ 140। ਤ੍ਰਿਭੁਜ ਦੇ ਤਿੰਨੇ ਕੋਣਾਂ ਦਾ ਜੋੜ 180 ਹੁੰਦਾ ਹੈ, ਇਸ ਲਈ ਕੋਣ C ਕਿਹਦੇ ਬਰਾਬਰ ਹੋਊਗਾ? ਕੋਣ C ਕਿਹਦੇ ਬਰਾਬਰ ਹੋਊਗਾ? 40 ਡਿਗਰੀ, ਕਿਉਂਕਿ ਤ੍ਰਿਭੁਜ ਦੇ ਤਿੰਨੇ ਕੋਣਾਂ ਦਾ ਜੋੜ 180 ਹੁੰਦਾ ਹੈ, ਇਸ ਕਰਕੇ ਕੋਣ C ਕਿਹਦੇ ਬਰਾਬਰ ਹੋਏਗਾ? 40 ਡਿਗਰੀ। ਪਰ ਕੋਣ C ਕਿਹਦੇ ਬਰਾਬਰ ਹੈ? ਕੋਣ P ਦੇ, ਇਸ ਲਈ ਕੋਣ P ਵੀ ਕਿੰਨਾ ਹੋਏਗਾ? 40 ਡਿਗਰੀ, ਕਿਉਂਕਿ ਸਮਰੂਪ ਤ੍ਰਿਭੁਜਾਂ ਦੇ ਸੰਗਤ ਕੋਣ ਕੀ ਹੁੰਦੇ ਨੇ? ਬਰਾਬਰ। ਠੀਕ ਹੈ ਬੇਟਾ, ਤਾਂ ਇਸ ਲਈ ਚੌਥੀ ਆਪਸ਼ਨ ਸਹੀ ਬਣੇਗੀ, 40 ਡਿਗਰੀ। ਦਿੱਤੇ ਗਏ ਚਿੱਤਰ 2 ਵਿੱਚ ਤ੍ਰਿਭੁਜ ABC ਸਮਰੂਪ ਤ੍ਰਿਭੁਜ PQR, ਸਹੀ ਗਲਤ? ਦੇਖੋ ਆਹ ਡਾਇਗਰਾਮ ਬਣੀ ਹੋਈ ਹੈ ਦੂਜੀ। ਸੰਗਤ ਕੋਣ ਬਰਾਬਰ ਨੇ, ਜੇ ਕਿਸੇ ਤ੍ਰਿਭੁਜਾਂ ਵਿੱਚ ਸੰਗਤ ਕੋਣ ਬਰਾਬਰ ਹੁੰਦੇ ਨੇ ਤਾਂ ਉਹ ਦੋਨੋਂ ਤ੍ਰਿਭੁਜਾਂ ਕੀ ਹੁੰਦੀਆਂ ਬੇਟਾ? ਸਮਰੂਪ ਹੁੰਦੀਆਂ ਨੇ। ਤਾਂ ਇਹ ਸਟੇਟਮੈਂਟ ਕੀ ਹੈ? ਸਹੀ ਹੈ। ਅਗਲੀ ਫੇਰ, ਦਿੱਤੇ ਗਏ ਚਿੱਤਰ 3rd ਵਿੱਚ ਤ੍ਰਿਭੁਜ ਸਮਰੂਪ ਹਨ, ਸਹੀ ਗਲਤ? ਇਹਦੇ ਵਿੱਚ ਵੀ ਆਪਾਂ ਦੱਸਣਾ ਵੀ ਤ੍ਰਿਭੁਜ ਸਮਰੂਪ ਹਨ, ਇਹ ਵੀ ਸਮਰੂਪ ਹਨ। ਦੇਖੋ 2, 2.5, 3, ਇੱਧਰ 4, 5, 6, ਮਤਲਬ ਦੁੱਗਣੀਆਂ ਕੀਤੀਆਂ ਹੋਈਆਂ ਨੇ, ਇਹਨਾਂ ਦਾ ਅਨੁਪਾਤ ਸੇਮ ਹੈ। 2/4 ਬਰਾਬਰ 2.5/5, 3/6, ਸਾਰਿਆਂ ਨੂੰ ਕੱਟ ਕੇ 1/2 ਹੀ ਆਏਗਾ, ਅਨੁਪਾਤ ਸੇਮ ਹੈ। ਤਾਂ ਜਦੋਂ ਰੇਸ਼ੋ ਸੇਮ ਹੁੰਦੀ ਹੈ ਕੋਰਸਪੋਂਡਿੰਗ ਸਾਈਡਸ ਦੀ, ਅਨੁਪਾਤ ਸੇਮ ਰਹਿੰਦਾ ਹੈ। ਠੀਕ ਹੈ,
ਤਾਂ ਸੰਗਤ ਕੋਣ ਵੀ ਬਰਾਬਰ ਹੋ ਜਾਂਦੇ ਅਤੇ ਤਿਰਭੁਜਾਂ ਕੀ ਹੋ ਜਾਂਦੀਆਂ ਸਮਰੂਪ। ਤਾਂ ਇਹ ਸਟੇਟਮੈਂਟ ਵੀ ਕੀ ਹੈ ਬੇਟਾ ਸਹੀ ਹੈ। ਇਹ ਤਿਰਭੁਜ ਦੇ ਵਿੱਚੋਂ ਇੱਕ ਇੱਕ ਅੰਕਾਂ ਵਾਲੇ ਕੁਐਸਚਨ ਨੇ ਤੁਹਾਨੂੰ ਪੁੱਛੇ ਜਾ ਸਕਦੇ ਨੇ। ਉਦੋਂ ਅੱਗੇ ਆਪਾਂ ਚੱਕਰ ਦੇ ਵਿੱਚੋਂ ਡਿਸਕਸ ਕਰਦੇ ਹਾਂ। ਫਸਟ, ਹੇਠਾਂ ਦਿੱਤੀਆਂ ਆਕ੍ਰਿਤੀਆਂ ਵਿੱਚੋਂ ਕਿਹੜੀ ਆਕ੍ਰਿਤੀ ਚੱਕਰ ਦੀ ਸਪਰਸ਼ ਰੇਖਾ ਨੂੰ ਦਰਸਾਉਂਦੀ ਹੈ। ਚੱਕਰ ਦੀ ਸਪਰਸ਼ ਰੇਖਾ ਚੱਕਰ ਨੂੰ ਇੱਕ ਬਿੰਦੂ 'ਤੇ ਕੱਟਦੀ ਹੈ ਬੇਟਾ। ਤਾਂ ਕਿਹੜੀ ਹੈ ਇੱਕ ਬਿੰਦੂ 'ਤੇ ਕੱਟ ਰਹੀ ਹੈ ਜਿਹੜੀ ਆਪਸ਼ਨ ਸੀ, ਇਹਦੇ ਵਿੱਚ ਇਹ ਚੱਕਰ ਦੀ ਕੀ ਹੈ ਸਪਰਸ਼ ਰੇਖਾ ਹੈ। ਇੱਕ ਚੱਕਰ ਦੀਆਂ ਕਿੰਨੀਆਂ ਸਪਰਸ਼ ਰੇਖਾਵਾਂ ਹੋ ਸਕਦੀਆਂ ਹਨ। ਤਾਂ ਕਿੰਨੀਆਂ ਹੋ ਸਕਦੀਆਂ ਬੇਟਾ ਇੱਕ ਚੱਕਰ ਦੀਆਂ ਸਪਰਸ਼ ਰੇਖਾਵਾਂ ਅਣਗਿਣਤ ਰੂਪ ਵਿੱਚ ਅਨੇਕ ਸਪਰਸ਼ ਰੇਖਾਵਾਂ ਚੱਕਰ 'ਤੇ ਖਿੱਚੀਆਂ ਜਾ ਸਕਦੀਆਂ ਹਨ। ਠੀਕ ਹੈ, ਇਹਦੇ ਵਿੱਚ ਉਲਝਣਾ ਨਹੀਂ, ਕਿਉਂਕਿ ਚੱਕਰ ਦੇ ਉੱਤੇ ਅਨੇਕਾਂ ਬਿੰਦੂ ਹੁੰਦੇ ਨੇ, ਇਸ ਕਰਕੇ ਹਰੇਕ ਬਿੰਦੂ 'ਤੇ ਇੱਕ ਸਪਰਸ਼ ਰੇਖਾ ਖਿੱਚੀ ਜਾ ਸਕਦੀ ਹੈ। ਇਸ ਕਰਕੇ ਅਣਗਿਣਤ ਰੂਪ ਵਿੱਚ ਅਨੇਕ ਸਪਰਸ਼ ਰੇਖਾਵਾਂ ਚੱਕਰ ਦੀਆਂ ਹੋ ਸਕਦੀਆਂ ਹਨ। ਅਗਲਾ, ਕਿਸੇ ਚੱਕਰ ਦੀ ਸਪਰਸ਼ ਰੇਖਾ ਉਸ ਨੂੰ ਡੈਸ਼ ਬਿੰਦੂਆਂ 'ਤੇ ਕੱਟਦੀ ਹੈ। ਕਿੰਨੇ ਬਿੰਦੂਆਂ 'ਤੇ ਕੱਟਦੀ ਹੈ ਬੇਟਾ ਇੱਕ ਬਿੰਦੂ 'ਤੇ ਕੱਟਦੀ ਹੈ। ਠੀਕ ਹੈ, ਇੱਕ ਚੱਕਰ ਦੀਆਂ ਡੈਸ਼ ਸਮਾਂਤਰ ਸਪਰਸ਼ ਰੇਖਾਵਾਂ ਹੋ ਸਕਦੀਆਂ ਹਨ। ਕਿੰਨੀਆਂ ਹੋ ਸਕਦੀਆਂ ਬੇਟਾ ਦੋ। ਇੱਕ ਚੱਕਰ 'ਤੇ ਇੱਕ ਸਮੇਂ ਸਿਰਫ ਦੋ ਹੀ ਸਮਾਂਤਰ ਸਪਰਸ਼ ਰੇਖਾਵਾਂ ਹੋ ਸਕਦੀਆਂ ਨੇ। ਠੀਕ ਹੈ, ਜਿਵੇਂ ਇਹਦੇ ਵਿੱਚ ਆਪਾਂ ਦਿਖਾਇਆ ਦੋ ਸਪਰਸ਼ ਰੇਖਾਵਾਂ ਸਮਾਂਤਰ ਹੋ ਸਕਦੀਆਂ। ਇੱਕ ਚੱਕਰ ਨੂੰ ਦੋ ਬਿੰਦੂਆਂ 'ਤੇ ਕੱਟਣ ਵਾਲੀ ਰੇਖਾ ਨੂੰ ਕਿਹੜੀ ਰੇਖਾ ਕਹਿੰਦੇ ਆ ਬੇਟਾ ਛੇਦਕ ਰੇਖਾ। ਚੱਕਰ ਨੂੰ ਜਿਹੜੀ ਦੋ ਬਿੰਦੂਆਂ 'ਤੇ ਕੱਟਦੀ ਹੈ ਰੇਖਾ ਉਹ ਕਿਹੜੀ ਰੇਖਾ ਹੁੰਦੀ ਹੈ ਛੇਦਕ ਰੇਖਾ ਬੋਲਦੇ ਨੇ ਉਸ ਨੂੰ। ਕਿਸੇ ਚੱਕਰ ਦੇ ਕਿਸੇ ਬਿੰਦੂ 'ਤੇ ਸਪਰਸ਼ ਰੇਖਾ ਸਪਰਸ਼ ਬਿੰਦੂ ਤੋਂ ਹੋ ਕੇ ਜਾਣ ਵਾਲੇ ਅਰਧ ਵਿਆਸ 'ਤੇ ਲੰਬ ਹੁੰਦੀ ਹੈ। ਸਟੇਟਮੈਂਟ ਸਹੀ ਹੈ। ਇਹ ਆਪਣੇ ਚੱਕਰ ਚੈਪਟਰ ਦੇ ਵਿੱਚ ਥਿਓਰਮ 10.1 ਹੈ। ਠੀਕ ਹੈ ਬੇਟਾ, ਚੱਕਰ ਅਤੇ ਉਸਦੀ ਸਪਰਸ਼ ਰੇਖਾ ਦੇ ਸਾਂਝੇ ਬਿੰਦੂ ਨੂੰ ਕੀ ਕਹਿੰਦੇ ਨੇ, ਬਹੁਤ ਇੰਪੋਰਟੈਂਟ ਹੈ। ਚੱਕਰ ਅਤੇ ਉਸਦੀ ਸਪਰਸ਼ ਰੇਖਾ, ਜਿਵੇਂ ਚੱਕਰ ਹੈ ਇਹ ਉਹਦੀ ਸਪਰਸ਼ ਰੇਖਾ, ਜਿਹੜਾ ਆਹ ਸਾਂਝਾ ਬਿੰਦੂ ਹੈ ਇਹਨੂੰ ਆਪਾਂ ਕਿਹੜਾ ਬਿੰਦੂ ਬੋਲਦੇ ਹਾਂ ਬੇਟਾ ਸਪਰਸ਼ ਬਿੰਦੂ। ਦਿੱਤੇ ਗਏ ਚਿੱਤਰ ਵਿੱਚ ਜੇਕਰ ਪੀ ਕਿਊ ਬਰਾਬਰ 6 ਸੈਂਟੀਮੀਟਰ ਹੋਵੇ ਤਾਂ ਪੀ ਆਰ ਦੀ ਲੰਬਾਈ ਦੱਸੋ। ਜੇ ਪੀ ਕਿਊ 6 ਸੈਂਟੀਮੀਟਰ ਆ ਤਾਂ ਪੀ ਆਰ ਵੀ ਕਿੰਨਾ ਹੋਊਗਾ 6, ਕਿਉਂਕਿ ਆਪਣੇ ਕੋਲ ਥਿਓਰਮ ਹੈ ਬਾਹਰੀ ਬਿੰਦੂ ਤੋਂ ਚੱਕਰ 'ਤੇ ਖਿੱਚੀਆਂ ਸਪਰਸ਼ ਰੇਖਾਵਾਂ ਦੀਆਂ ਲੰਬਾਈਆਂ ਬਰਾਬਰ ਹੁੰਦੀਆਂ ਹਨ। ਜੇ ਪੀ ਕਿਊ 6 ਹੈ ਤਾਂ ਪੀ ਆਰ ਵੀ ਕਿੰਨਾ ਹੋਏਗਾ 6 ਸੈਂਟੀਮੀਟਰ। ਅਗਲਾ ਉਹੀ ਥਿਓਰਮ ਆ ਗਈ ਆਪਣੀ, ਕਿਸੇ ਚੱਕਰ ਦੇ ਵਾਰੀ ਬਿੰਦੂ ਤੋਂ ਚੱਕਰ 'ਤੇ ਖਿੱਚੀਆਂ ਗਈਆਂ ਸਪਰਸ਼ ਰੇਖਾਵਾਂ ਦੀਆਂ ਲੰਬਾਈਆਂ ਬਰਾਬਰ ਹੁੰਦੀਆਂ ਹਨ। ਇਹ ਸਟੇਟਮੈਂਟ ਸਹੀ ਹੈ। ਇਹ 10.2 ਤੁਹਾਡੇ ਚੱਕਰ ਚੈਪਟਰ ਦੇ ਵਿੱਚ ਥਿਓਰਮ ਹੈ। ਅੱਗੇ, ਕਿਸੇ ਚੱਕਰ ਦੇ ਅੰਦਰੂਨੀ ਬਿੰਦੂ ਤੋਂ ਚੱਕਰ ਨੂੰ ਦੋ ਸਪਰਸ਼ ਰੇਖਾਵਾਂ ਖਿੱਚੀਆਂ ਜਾ ਸਕਦੀਆਂ ਹਨ। ਚੱਕਰ ਦੇ ਕਹਿੰਦਾ ਅੰਦਰੂਨੀ ਬਿੰਦੂ ਲੈ ਲਓ ਕੋਈ, ਚੱਕਰ 'ਤੇ ਦੋ ਸਪਰਸ਼ ਰੇਖਾਵਾਂ ਖਿੱਚੀਆਂ ਜਾ ਸਕਦੀਆਂ। ਚੱਕਰ ਦੇ ਅੰਦਰੂਨੀ ਬਿੰਦੂ ਤੋਂ ਚੱਕਰ 'ਤੇ ਕੋਈ ਵੀ ਸਪਰਸ਼ ਰੇਖਾ ਖਿੱਚੀ ਨਹੀਂ ਜਾ ਸਕਦੀ, ਇਸ ਕਰਕੇ ਸਟੇਟਮੈਂਟ ਗਲਤ ਹੈ। ਠੀਕ ਹੈ ਬੇਟਾ, ਅੱਗੇ ਆਪਾਂ ਇਹਨਾਂ ਚੈਪਟਰਾਂ ਦੇ ਵਿੱਚੋਂ ਦੋ ਅੰਕਾਂ ਵਾਲੇ ਕੁਐਸਚਨ ਦੇਖਦੇ ਹਾਂ। ਪਹਿਲਾ ਕੁਐਸਚਨ ਹੈ, ਡਾਇਗਰਾਮ ਦਿੱਤੀ ਆਪਾਂ ਨੂੰ ਵਿੱਚ ਡੀ ਈ ਸਮਾਂਤਰ ਵੀ ਸੀ ਦਿੱਤਾ ਹੈ। ਈ ਸੀ ਦਾ ਮੁੱਲ ਆਪਾਂ ਨੇ ਪਤਾ ਕਰਨਾ। ਜਦੋਂ ਡੀ ਈ ਸਮਾਂਤਰ ਵੀ ਸੀ ਆਪਾਂ ਨੂੰ ਦਿੱਤਾ ਹੁੰਦਾ ਤਾਂ ਆਪਾਂ ਨੂੰ ਥੇਲਜ਼ ਥਿਊਰਮ ਕਹਿੰਦੀ ਹੈ ਵੀ ਇਹ ਬਾਕੀ ਦੀਆਂ ਦੋ ਭੁਜਾਵਾਂ ਇੱਕ ਹੀ ਅਨੁਪਾਤ ਵਿੱਚ ਵੰਡੀਆਂ ਜਾਂਦੀਆਂ ਨੇ। ਮਤਲਬ ਏ ਡੀ ਬਟਾ ਡੀ ਬੀ ਬਰਾਬਰ ਹੋ ਜਾਊਗਾ ਏ ਈ ਬਟਾ ਈ ਸੀ ਦੇ। ਮਤਲਬ 1.5/3 ਕਿਹਦੇ ਬਰਾਬਰ ਹੋ ਜਾਊਗਾ 1/, ਈ ਸੀ ਆਪਾਂ ਪਤਾ ਕਰਨੀ ਹੈ। ਤਾਂ ਇਹਨੂੰ ਜੇ ਆਪਾਂ ਕੱਟ ਦਈਏ 2 ਆ ਜਾਏਗਾ। ਦੋ ਹੋ ਜਾਏਗਾ ਇਹ ਈ ਸੀ, ਦੇਖੋ ਬੇਟਾ 1.5/3 1/, ਈ ਸੀ। ਠੀਕ ਹੈ, ਈ ਸੀ ਨੂੰ ਆਪਾਂ ਇੱਧਰ ਲੈ ਜਾਵਾਂਗੇ 1.5 ਈ ਸੀ ਬਰਾਬਰ 3 ਦੇ, ਈ ਸੀ ਬਰਾਬਰ 3/1.5 ਮਤਲਬ ਘੱਟ ਕੇ ਕਿੰਨਾ ਆ ਜਾਏਗਾ 2। ਬੇਟਾ ਈ ਸੀ ਦੀ ਲੰਬਾਈ ਹੈ ਜਿਹੜੀ ਉਹ ਕਿੰਨੀ ਹੋਏਗੀ 2। ਠੀਕ ਹੈ, ਇਹ ਆਪਾਂ ਨੂੰ ਥਿਓਰਮ ਕਹਿੰਦੀ ਹੈ ਜੇਕਰ ਆਹ ਦੋ ਭੁਜਾਵਾਂ ਆਹ ਰੇਖਾ ਜਿਹੜੀ ਖਿੱਚੀ ਗਈ ਹੈ ਸਮਾਂਤਰ ਨੇ ਇਹਦੇ, ਇਹਨਾਂ ਦਾ ਅਨੁਪਾਤ ਸੇਮ ਹੋਏਗਾ ਏ ਡੀ ਬਟਾ ਡੀ ਬੀ ਬਰਾਬਰ ਏ ਈ ਬਟਾ ਈ ਸੀ। 1.5/3 ਬਰਾਬਰ 1/, ਈ ਸੀ, ਤਾਂ ਉੱਥੋਂ ਈ ਸੀ ਕਿੰਨਾ ਆ ਜਾਏਗਾ 2 ਸੈਂਟੀਮੀਟਰ। ਇੰਪੋਰਟੈਂਟ ਹੈ ਇਹ। ਅਗਲਾ ਵੀ ਡੀ ਈ ਸਮਾਂਤਰ ਵੀ ਸੀ ਦਿੱਤਾ ਹੈ, ਏ ਡੀ ਦਾ ਮੁੱਲ ਆਪਾਂ ਪਤਾ ਕਰਨਾ, ਇਹ ਵੀ ਸਿੰਪਲੀ ਹੈ ਬੇਟਾ। ਤਾਂ ਏ ਡੀ ਨੂੰ ਵੀ ਆਪਾਂ ਐਕਸ ਲੈ ਲਈਏ, ਦੇਖੋ ਜਾਂ ਏ ਡੀ ਨੂੰ ਏ ਡੀ ਕਿਉਂ ਲਿਖ ਲਓ,
AD ਬਟਾ DB ਆਪਣੇ ਕੋਲ 7.2 ਦਿੱਤਾ, AE ਆਪਣੇ ਕੋਲ 1.8 ਦਿੱਤਾ, EC ਆਪਣੇ ਕੋਲ 5.4 ਦਿੱਤਾ। ਤਾਂ ਆਪਣੇ ਕੋਲ AD ਕਿੰਨਾ ਆ ਜਾਊਗਾ, ਉੱਧਰ ਜਾ ਕੇ ਗੁਣਾ ਹੋ ਜਾਏਗਾ 1.8 5.4 ਗੁਣਾ 7.2, 18 ਤੀਆ 54 ਹੁੰਦੇ ਆ, 3 ਆ ਜਾਏਗਾ, 3 ਨੂੰ ਫਿਰ ਕੱਟ ਦਾਂਗੇ ਬੇਟਾ, ਕਿੰਨਾ ਆ ਜਾਏਗਾ 2.4। AD ਦਾ ਮੁੱਲ ਕਿੰਨਾ ਆ ਜਾਏਗਾ 2.4 ਆ ਜਾਏਗਾ। ਠੀਕ ਹੈ, ਇਹਦੇ 'ਤੇ ਵੀ ਆਪਾਂ ਥੇਲ ਥਿਊਰਮ ਲਾਈ ਹੈ, ਆਸਾਨ ਸੀ। ਅਗਲਾ ਡਾਇਗਰਾਮ ਤੀਜੀ ਦੇ ਵਿੱਚ ਜੇਕਰ LM ਸਮਾਂਤਰ CV ਹੋਵੇ ਅਤੇ LN ਸਮਾਂਤਰ CD ਹੋਵੇ ਤਾਂ ਸਿੱਧ ਕਰੋ ਕਿ AM ਬਟਾ AB ਬਰਾਬਰ AN ਬਟਾ AD ਹੈ। ਠੀਕ ਹੈ, ਇਹ ਆਪਾਂ ਸਿੱਧ ਕਰਨਾ, ਵੀ ਆਸਾਨ ਹੈ। ਪਹਿਲਾਂ ਇਸ ਤ੍ਰਿਭੁਜ 'ਤੇ ਲਾ ਲਓ। ਠੀਕ ਹੈ, LM ਸਮਾਂਤਰ ਆਪਾਂ ਨੂੰ ਕੀ ਕਹਿੰਦੇ ਨੇ, CB। LM ਸਮਾਂਤਰ CB ਕਹਿੰਦੇ ਨੇ, ਤਾਂ ਕੀ ਹੋਊਗਾ, ਥੇਲ ਥਿਊਰਮ ਕੀ ਕਹਿੰਦੀ ਆਪਾਂ ਨੂੰ, AL ਬਟਾ LC ਬਰਾਬਰ AM ਬਟਾ MB ਹੋਊਗਾ। ਇਹ ਆਪਾਂ ਨੂੰ ਥੇਲ ਥਿਊਰਮ ਕਹਿੰਦੀ ਆ। ਫਿਰ ਉਸ ਤੋਂ ਬਾਅਦ ਆਪਾਂ ਨੂੰ ਕੀ ਕਹਿੰਦੇ ਨੇ ਬੇਟਾ, ਇਹ LN ਸਮਾਂਤਰ CD ਆ ਦੂਜੀ ਵਾਲੀ ਤ੍ਰਿਭੁਜ, ਆਹ ਵਾਲੀ ਇੱਧਰਲੀ। ਠੀਕ ਹੈ, ਇਹ 'ਚ ਕੀ ਬਣੂਗਾ, ਫਿਰ ਇਹ 'ਚ ਵੀ ਉਵੇਂ ਬਣੂਗਾ, AL ਬਟਾ LC ਬਰਾਬਰ ਕਿਹਦੇ ਹੋ ਜਾਏਗਾ, AN ਬਟਾ ND। ਠੀਕ ਹੈ, ਆਹ ਦੋਨੇ ਬਰਾਬਰ ਨੇ ਤਾਂ ਆਹ ਵੀ ਦੋਨੇ ਬਰਾਬਰ ਹੋਣਗੇ। AM ਬਟਾ MB ਕਿਹਦੇ ਬਰਾਬਰ ਹੋ ਜਾਏਗਾ, AN ਬਟਾ ND। ਪਹਿਲਾਂ ਸਿੰਪਲ ਥੇਲ ਥਿਊਰਮ ਲਾਈ ਹੈ, ਦੋਨਾਂ 'ਤੇ ਲਾਈ ਹੈ। AM ਬਟਾ MB ਬਰਾਬਰ AN ਬਟਾ ND ਹੋ ਜਾਊਗਾ 1 ਅਤੇ 2 ਤੋਂ। ਠੀਕ ਹੈ, ਇਹਨੂੰ ਜੇ ਆਪਾਂ 1 ਮੰਨ ਲਈਏ, ਇਹਨੂੰ ਆਪਾਂ 2 ਮੰਨ ਲਈਏ, 1 ਅਤੇ 2 ਤੋਂ AM ਬਟਾ MB ਬਰਾਬਰ AN ਬਟਾ ND ਹੋ ਜਾਏਗਾ। ਠੀਕ ਹੈ, ਮੈਂ ਲਿਖ ਦਿੰਦਾ ਇੱਥੇ AM ਬਟਾ MB ਬਰਾਬਰ AN ਬਟਾ ND ਹੋ ਜਾਏਗਾ। ਠੀਕ ਹੈ, ਦੇਖੋ ਬੇਟਾ ਆਪਾਂ ਕੀ ਪ੍ਰੂਫ ਕਰਨਾ, AM ਬਟਾ AB। ਠੀਕ ਹੈ, AB ਬਰਾਬਰ AN ਬਟਾ AD ਹੋ ਜਾਏਗਾ, ਇਹ ਆਪਾਂ ਪ੍ਰੂਫ ਕਰਨਾ। ਤਾਂ ਆਪਾਂ ਇਹਨੂੰ ਉਲਟਾ ਲਾਂਗੇ, ਇਹ ਉਲਟ ਕਰ ਲਾਂਗੇ ਇਹਦਾ, MB ਬਟਾ AM ਬਰਾਬਰ ND ਬਟਾ AN। ਠੀਕ ਹੈ, ਦੋਨੇ ਪਾਸੇ 1 ਜੋੜ ਦਿਓ, MB ਬਟਾ AM ਪਲੱਸ 1 ND ਬਟਾ AN ਪਲੱਸ 1। ਇਹਨੂੰ ਜਦੋਂ ਆਪਾਂ ਸੋਲਵ ਕਰਾਂਗੇ ਇੱਥੇ ਬਣ ਜਾਊਗਾ AM MB ਪਲੱਸ AM। ਠੀਕ ਹੈ, ਇੱਧਰਲੇ ਪਾਸੇ ਵੀ ਇਹੀ ਬਣੇਗਾ, ND ਪਲੱਸ AN, ਥੱਲੇ ਕੀ ਬਣ ਜਾਏਗਾ AN। ਠੀਕ ਹੈ, ਹੁਣ ਜਿਹੜਾ MB ਅਤੇ AM ਹੈ, ਇਹ ਕੀ ਬਣ ਜਾਏਗਾ ਬੇਟਾ AB, ਆ ਵੀ ਕੀ ਬਣ ਜਾਏਗਾ AD, ਇਹ AD ਬਣ ਜਾਏਗਾ, ਇਹ ਬਣ ਜਾਏਗਾ AB। ਤਾਂ ਇਹ ਬਣ ਜੂ AB ਬਟਾ AM ਬਰਾਬਰ AD ਬਟਾ AN। ਠੀਕ ਹੈ, ਮੈਂ ਕੱਟ ਕੇ ਦੁਬਾਰਾ ਲਿਖਦਾ ਇੱਥੇ, ਤਾਂ ਇਹ ਬਣ ਜਾਏਗਾ AB ਬਟਾ AM ਅਤੇ AD ਬਟਾ AN। ਫਿਰ ਦੁਬਾਰਾ ਉਲਟਾ ਦਾਂਗੇ ਇਹਨੂੰ ਰੈਸੀਪ੍ਰੋਕਲ, ਤਾਂ ਇਹ ਬਣ ਜਾਏਗਾ AM ਬਟਾ AB ਬਰਾਬਰ AN ਬਟਾ ND। ਠੀਕ ਹੈ, ਇਹ ਆਪਾਂ ਪ੍ਰੂਵ ਕਰਨਾ ਸੀ, ਸਿੰਪਲ ਹੈ। ਅਗਲਾ ਕੁਐਸਚਨ, ਜੇਕਰ ਤ੍ਰਿਭੁਜ ABC ਸਮਰੂਪ ਤ੍ਰਿਭੁਜ DEF ਹੈ ਅਤੇ ਇਹਨਾਂ ਦੇ ਖੇਤਰਫਲ ਕ੍ਰਮਵਾਰ 64 ਸੈਂਟੀਮੀਟਰ ਦੀ 2 ਅਤੇ 181 ਸੈਂਟੀਮੀਟਰ ਦੀ 2 ਹਨ। ਜੇਕਰ EF ਬਰਾਬਰ 15.4 ਸੈਂਟੀਮੀਟਰ ਹੈ ਤਾਂ BC ਪਤਾ ਕਰੋ। ਸੌਖਾ ਹੀ ਹੈ, ਇਹ ਉਹੀ ਥਿਓਰਮ ਹੈ ਜਿਹੜੀ ਆਪਣੇ ਸਿਲੇਬਸ ਦੇ ਵਿੱਚ ਵੈਸੇ ਕੱਟ ਦਿੱਤੀ ਗਈ ਹੈ। ਦੋ ਸਮਰੂਪ ਤ੍ਰਿਭੁਜਾਂ ਦੇ ਖੇਤਰਫਲਾਂ ਦਾ ਅਨੁਪਾਤ ਉਹਨਾਂ ਦੀਆਂ ਸੰਗਤ ਭੁਜਾਵਾਂ ਦੇ ਵਰਗਾਂ ਦੇ ਅਨੁਪਾਤ ਦੇ ਬਰਾਬਰ ਹੁੰਦਾ ਹੈ। ਮਤਲਬ ਤ੍ਰਿਭੁਜ ABC ਦੇ ਖੇਤਰਫਲ ਅਤੇ DEF ਦੇ ਖੇਤਰਫਲ ਦਾ ਅਨੁਪਾਤ ਇਹਨਾਂ ਦੀਆਂ ਸੰਗਤ ਭੁਜਾਵਾਂ ਦੇ ਵਰਗਾਂ ਦੇ ਅਨੁਪਾਤ ਦੇ ਬਰਾਬਰ ਹੋਏਗਾ। ਇੱਥੇ ਆਪਾਂ ਲਿਖਾਂਗੇ 15.4 ਗੁਣਾ 15.4, 15.4 ਦਾ ਵਰਗ। ਤਾਂ BC ਦੀ 2 ਕਿਹਦੇ ਬਰਾਬਰ ਆ ਜਾਏਗਾ ਬੇਟਾ, 64 ਗੁਣਾ 15.4 ਗੁਣਾ 15.4 ਬਟਾ 121। ਇਹਨੂੰ ਆਪਾਂ ਸੋਲਵ ਜਦੋਂ ਕਰ ਲਾਂਗੇ BC ਆਪਣੇ ਕੋਲ 11.2 ਆ ਜਾਏਗਾ। ਠੀਕ ਹੈ, ਸਿੰਪਲ ਉਹ ਥਿਓਰਮ ਆਪਾਂ ਲਾਉਣੀ ਹੈ
ਵੀ ਦੋ ਸਮਰੂਪ ਤ੍ਰਿਭੁਜਾਂ ਦੇ ਖੇਤਰਫਲਾਂ ਦਾ ਅਨੁਪਾਤ ਉਹਨਾਂ ਦੀਆਂ ਸੰਗਤ ਭੁਜਾਵਾਂ ਦੇ ਵਰਗਾਂ ਦੇ ਅਨੁਪਾਤ ਦੇ ਬਰਾਬਰ ਹੁੰਦਾ। ਇਹਦੀ ਸੰਗਤ ਭੁਜਾ ਆਪਾਂ BC ਪਤਾ ਕਰਨੀ ਸੀ, ਇਹਦੀ ਆਪਾਂ ਨੂੰ EF ਦਿੱਤੀ ਹੋਈ ਹੈ, ਸੌਖਾ ਹੀ ਸੀ। ਉਦੋਂ ਅਗਲਾ ਕੁਐਸਚਨ, ਜੇਕਰ ਤ੍ਰਿਭੁਜ ABC ਇੱਕ ਸਮਦੋਭੁਜੀ ਤ੍ਰਿਭੁਜ ਹੈ, ਕੌਣ C ਸਮਕੋਣ ਹੈ, ਤਾਂ ਇਹ ਸਿੱਧ ਕਰੋ AB ਦੀ 2 ਬਰਾਬਰ 2AC ਦੀ 2। ਠੀਕ ਹੈ, ਦੇਖੋ ਕੌਣ C ਇਹ ਕਹਿ ਰਹੇ ਨੇ ਆਪਾਂ ਨੂੰ ਸਮਕੋਣ ਹੈ। ਦੇਖੋ ਫਿਰ ਕੌਣ C ਆਪਾਂ ਸਮਕੋਣ ਲੈ ਕੇ ਚੱਲਾਂਗੇ, CAB। ਠੀਕ ਹੈ, ਕੌਣ C ਸਮਕੋਣ ਹੈ ਤਾਂ ਆਪਾਂ ਪਾਇਥਾਗੋਰਸ ਥਿਊਰਮ ਲਾਵਾਂਗੇ। AB ਦੀ 2 ਬਰਾਬਰ ਕਿਹਦੀ ਹੋ ਜਾਏਗਾ ਵੀ AC ਦੀ 2 ਪਲੱਸ CB ਦੀ 2। ਹੁਣ ਇਹ ਸਮਦੋਭੁਜੀ ਤ੍ਰਿਭੁਜ ਹੈ, ਇਸ ਕਰਕੇ ਆਹ ਦੋਵੇਂ ਭੁਜਾਵਾਂ ਕੀ ਨੇ, ਬਰਾਬਰ ਨੇ। ਮਤਲਬ AC ਕਿਹਦੇ ਬਰਾਬਰ ਹੈ, CB ਦੇ। ਜਿੱਥੇ CB ਲਿਖਿਆ ਆਪਾਂ ਉੱਥੇ AC ਭਰ ਦਾਂਗੇ, ਕਿਉਂਕਿ ਇਹ ਸਮਦੋਭੁਜੀ ਤ੍ਰਿਭੁਜ ਹੈ। ਠੀਕ ਹੈ, AC ਦੀ 2, CB ਨੂੰ ਵੀ ਕੀ ਭਰ ਦਾਂਗੇ ਆਪਾਂ, AC ਦੀ 2, ਕਿਉਂਕਿ ਇਹ ਦੋਨੇ ਬਰਾਬਰ ਨੇ ਨਾ, ਸਮਦੋਭੁਜੀ ਤ੍ਰਿਭੁਜ ਹੈ। ਤਾਂ AB ਦੀ 2 ਕਿਹਦੇ ਬਰਾਬਰ ਹੋ ਜਾਏਗਾ ਆਪਣੇ ਕੋਲ, 2AC ਦੀ 2 ਇਹਦੇ ਬਰਾਬਰ ਹੋ ਜਾਏਗਾ। ਇਹ ਆਪਾਂ ਪ੍ਰੂਫ ਕਰਨਾ ਸੀ, ਸਿੰਪਲ ਆਪਾਂ ਨੇ ਪਾਇਥਾਗੋਰਸ ਥਿਊਰਮ ਲਾਈ ਹੈ। ਇਹ ਸਮਦੋਭੁਜੀ ਹੋਣ ਕਰਕੇ AC ਬਰਾਬਰ CB ਹੋਊਗਾ, ਤਾਂ CB ਦੀ ਥਾਂ 'ਤੇ ਆਪਾਂ AC ਭਰਤਾ, ਕਿਉਂਕਿ ਆਪਾਂ ਨੂੰ ਪ੍ਰੂਫ ਦੇ ਵਿੱਚ AC ਚਾਹੀਦਾ, CB ਨਹੀਂ ਚਾਹੀਦਾ। ਤਾਂ ਪੁੱਟ ਕਰਤੀ ਵੈਲਿਊ, AB ਦੀ 2 ਬਰਾਬਰ 2AC ਦੀ 2 ਹੋਏਗਾ। ਅਗਲਾ ਕੁਐਸਚਨ ਬੇਟਾ, 10 ਮੀਟਰ ਲੰਬੀ ਇੱਕ ਪੌੜੀ ਇੱਕ ਕੰਧ ਨਾਲ ਲਗਾਉਣ 'ਤੇ ਜ਼ਮੀਨ ਨਾਲੋਂ 8 ਮੀਟਰ ਦੀ ਉਚਾਈ 'ਤੇ ਸਥਿਤ ਖਿੜਕੀ ਤੱਕ ਪਹੁੰਚਦੀ ਹੈ। ਕੰਧ ਦੇ ਆਧਾਰ ਤੋਂ ਪੌੜੀ ਦੇ ਹੇਠਲੇ ਸਿਰੇ ਦੀ ਦੂਰੀ ਪਤਾ ਕਰੋ। ਦੇਖੋ 8 ਮੀਟਰ ਦੀ ਉਚਾਈ 'ਤੇ ਇੱਕ ਖਿੜਕੀ ਹੈ, ਮੰਨ ਲਓ ਇੱਥੇ ਖਿੜਕੀ ਹੈ, ਇੱਥੇ ਇਹ 8 ਮੀਟਰ ਦੀ ਉਚਾਈ 'ਤੇ ਹੈ, ਇਹ 8 ਹੈ। ਇੱਧਰ ਕੋਈ ਪੌੜੀ ਲੱਗੀ ਹੋਈ ਹੈ, ਕਿੰਨੀ ਹੈ ਬਈ 10। ਆਹ ਆਪਾਂ ਆਧਾਰ ਬਿੰਦੂ ਤੋਂ ਦੂਰੀ ਆਪਾਂ ਉਹਦੀ ਪਤਾ ਕਰਨੀ ਹੈ। ਜੇ ਆਪਾਂ ਇੱਥੇ A ਲੈ ਲਈਏ ਅਤੇ B ਇੱਥੇ C, ਤਾਂ ਆਪਾਂ BC ਪਤਾ ਕਰਨੀ ਹੈ। BC ਕੀ ਹੈ, ਇੱਥੇ ਆਧਾਰ ਹੈ। ਪਾਇਥਾਗੋਰਸ ਲਾ ਦਾਂਗੇ, ਮਤਲਬ 10 ਦਾ ਵਰਗ ਬਰਾਬਰ 8 ਦਾ ਵਰਗ ਪਲੱਸ BC ਦਾ ਵਰਗ, ਕਰਨ ਦਾ ਵਰਗ ਬਾਕੀ ਦੀਆਂ ਦੋ ਭੁਜਾਵਾਂ ਦੇ ਵਰਗਾਂ ਦੇ ਜੋੜ ਦੇ ਬਰਾਬਰ ਹੁੰਦਾ। 100 ਬਰਾਬਰ 64 ਪਲੱਸ BC ਦੀ 2। ਜੇ ਆਪਾਂ ਕਹੀਏ BC ਦੀ 2 ਬਰਾਬਰ 100 ਮਾਈਨਸ 64, BC ਬਰਾਬਰ ਵਰਗਮੂਲ 36, ਜਾਂ ਕਰੀਏ BC ਬਰਾਬਰ ਕਿੰਨਾ ਆ ਜਾਏਗਾ 6 ਸੈਂਟੀਮੀਟਰ। ਠੀਕ ਹੈ, ਜਿਹੜੀ ਕੰਧ ਦੇ ਆਧਾਰ ਤੋਂ ਪੌੜੀ ਦੇ ਹੇਠਲੇ ਸਿਰੇ ਦੀ ਦੂਰੀ ਕਿੰਨੀ ਆਏਗੀ, 6 ਸੈਂਟੀਮੀਟਰ ਆਏਗੀ। ਸਿੰਪਲ ਆਪਾਂ ਪਾਇਥਾਗੋਰਸ ਥਿਊਰਮ ਲਾ ਕੇ ਇਹਨੂੰ ਹੱਲ ਕਰ ਸਕਦੇ ਹਾਂ। ਤਾਂ ਬੇਟਾ ਅਗਲਾ ਕੁਐਸਚਨ ਵੀ ਪੌੜੀ ਨਾਲ ਰਿਲੇਟਡ ਹੀ ਹੈ। ਹੇਠਲਾ ਸਿਰਾ ਜਿਹੜਾ ਕੰਧ ਤੋਂ 2.5 ਮੀਟਰ ਦੀ ਦੂਰੀ 'ਤੇ ਹੈ, ਉੱਪਰਲਾ ਸਿਰਾ ਜ਼ਮੀਨ ਤੋਂ 6 ਸੈਂਟੀਮੀਟਰ ਦੀ ਉਚਾਈ ਤੱਕ ਬਣੀ ਖਿੜਕੀ ਤੱਕ ਪਹੁੰਚਦਾ ਹੈ। ਦੇਖੋ ਇਹ ਵੀ ਸੇਮ ਡਾਇਗਰਾਮ ਬਣੂਗੀ। 6 ਮੀਟਰ ਦੀ ਉਚਾਈ ਤੱਕ ਜਿਹੜੀ ਖਿੜਕੀ ਆ ਉਸ ਤੱਕ ਪਹੁੰਚਦਾ ਹੈ, ਅਤੇ ਜਿਹੜਾ ਇਹ ਆਧਾਰ ਬਿੰਦੂ ਹੈ ਕਿੰਨੀ ਮੀਟਰ ਦੂਰ ਹੈ ਬੇਟਾ, 2.5 ਹੇਠਲਾ ਸਿਰਾ। ਆ ਪੌੜੀ ਦੀ ਲੰਬਾਈ ਆਪਾਂ ਨੇ ਪਤਾ ਕਰਨੀ, ਪੌੜੀ ਕਿੰਨੀ ਹੈ। ਠੀਕ ਹੈ, ਕਰਨ ਪਤਾ ਕਰਨਾ ਤਾਂ ਸਿੰਪਲ, ਦੋਵਾਂ ਦੇ ਵਰਗਾਂ ਦੇ ਜੋੜ ਦੇ ਬਰਾਬਰ ਹੋਏਗਾ ਕਰਨ। 6 ਦਾ ਵਰਗ 2.5 ਦਾ ਵਰਗ, 6 ਦਾ ਵਰਗ 36, 2.5 ਦਾ ਵਰਗ 6.25, ਮਤਲਬ 42.25। ਠੀਕ ਹੈ, ਤਾਂ ਇਹਦੇ ਵਰਗ ਦੇ ਬਰਾਬਰ ਹੋ ਜਾਏਗਾ ਆਹ, ਜਿਹਨੂੰ ਆਪਾਂ x ਲੈ ਲਈਏ, x² ਬਰਾਬਰ ਇਹਦੇ ਹੋ ਜਾਏਗਾ, ਤਾਂ x ਕਿਹਦੇ ਬਰਾਬਰ ਹੋ ਜਾਏਗਾ, ਵਰਗਮੂਲ ਆਫ 42.25, ਮਤਲਬ ਕਿੰਨਾ ਹੋ ਜਾਏਗਾ ਬੇਟਾ 6.5 ਹੋ ਜਾਏਗਾ। ਠੀਕ ਹੈ, ਤਾਂ ਇਹ ਵੀ ਪਾਇਥਾਗੋਰਸ ਲਾਈ ਹੈ। 42.5 ਦਾ ਵਰਗਮੂਲ ਹੈ ਜਿਹੜਾ ਉਹ ਹੋਏਗਾ 6.5 ਮੀਟਰ, ਮਤਲਬ ਜਿਹੜੀ ਪੌੜੀ ਦੀ ਲੰਬਾਈ ਹੈ ਉਹ ਕਿੰਨੀ ਹੋਏਗੀ, 6.5 ਮੀਟਰ ਹੋਏਗੀ। ਬੇਟਾ ਅਗਲਾ ਕੁਐਸਚਨ, 18 ਮੀਟਰ ਉੱਚੇ ਇੱਕ ਸਿੱਧੇ ਖੜ੍ਹੇ ਖੰਭੇ ਦੇ ਉੱਪਰਲੇ ਸਿਰੇ ਨਾਲ ਤਾਰ ਦਾ ਇੱਕ ਸਿਰਾ ਜੁੜਿਆ ਹੋਇਆ ਹੈ। ਤਾਰ ਦਾ ਦੂਸਰਾ ਸਿਰਾ ਇੱਕ ਕਿੱਲੇ ਨਾਲ ਜੁੜਿਆ ਹੈ, ਥੱਲੇ ਕੋਈ ਕਿੱਲਾ ਗੱਡਿਆ ਉਹਦੇ ਨਾਲ ਜੁੜਿਆ। ਖੰਭੇ ਦੇ ਆਧਾਰ ਤੋਂ ਕਿੱਲੇ ਨੂੰ ਕਿੰਨੀ ਦੂਰੀ 'ਤੇ ਗੱਡਿਆ ਜਾਵੇ ਕਿ ਤਾਰ ਤਣੀ ਰਹੇ। ਤਾਰ ਦੀ ਲੰਬਾਈ ਆਪਾਂ ਨੂੰ ਕਿੰਨੀ ਦਿੱਤੀ ਹੈ, 24 ਦਿੱਤੀ ਹੈ। ਇਹ ਵੀ ਦੇਖੋ ਸਿੱਧਾ ਜਿਹੜਾ ਖੰਭਾ ਖੜ੍ਹਾ ਵੀ ਉਹ ਕਿੰਨਾ 18 ਮੀਟਰ, ਜਿਹੜੀ ਤਾਰ ਨਾਲ ਛੋਟੇ ਕਿੱਲੇ ਨਾਲ ਥੱਲੇ ਉਹ ਬੰਨਿਆ ਹੋਇਆ ਉਹ ਕਿੱਲੇ, ਤਾਰ ਦੀ ਜਿਹੜੀ ਲੰਬਾਈ ਹੈ ਉਹ ਕਿੰਨੀ ਦੇ ਰੱਖੀ ਆਪਾਂ ਨੂੰ 24। ਕਿੰਨੀ ਦੂਰ ਕੱਢਣਾ ਉਹ x ਆਪਾਂ ਨੇ ਪਤਾ ਕਰਨਾ।
ਕਰਨ ਆਪਾਂ ਨੂੰ ਦਿੱਤਾ, ਲੰਬ ਆਪਾਂ ਨੂੰ ਦਿੱਤਾ, ਠੀਕ ਹੈ। ਤਾਂ ਆਧਾਰ ਦੀ 2 ਕਿਹਦੇ ਬਰਾਬਰ ਹੋ ਜੂ, ਕਰਨ ਦੀ 2 ਮਾਈਨਸ ਲੰਬ ਦੀ 2, 24 ਦੀ 2 ਮਾਈਨਸ 18 ਦੀ 2, ਐਕਸ ਦੀ 2, 24 24 ਕਿੰਨੇ ਹੋ ਜਾਣਗੇ ਬੇਟਾ 576 ਮਾਈਨਸ 18 ਦੀ 2 ਕਿੰਨੇ ਹੋ ਜਾਣਗੇ 324, ਐਕਸ ਦੀ 2 ਬਰਾਬਰ 272, ਤਾਂ ਐਕਸ ਆਪਾਂ ਵਰਗਮੂਲ 272 ਆ ਜਾਏਗਾ ਨੀਅਰ ਅਬਾਊਟ 16.4 ਆ ਜਾਏਗਾ, ਠੀਕ ਹੈ। ਨੀਅਰ ਅਬਾਊਟ 16.4 ਦੂਰੀ ਤੇ ਉਹ ਗੱਡਣਾ ਪਵੇਗਾ, ਠੀਕ ਹੈ ਬੇਟਾ। ਇਹ ਵੀ ਪਾਈਥਾਗੋਰਸ ਥਿਊਰਮ ਨਾਲ ਹੱਲ ਹੋਣਾ ਸੀ। ਅਗਲਾ 2 ਖੰਭੇ ਜਿਨ੍ਹਾਂ ਦੀਆਂ ਉਚਾਈਆਂ 6 ਮੀਟਰ ਤੇ 11 ਮੀਟਰ ਹਨ, ਸਮਤਲ ਭੂਮੀ 'ਤੇ ਖੜ੍ਹੇ ਹਨ। ਜੇਕਰ ਉਹਨਾਂ ਦੇ ਹੇਠਲੇ ਸਿਰਿਆਂ ਵਿਚਕਾਰਲੀ ਦੂਰੀ 12 ਸੈਂਟੀਮੀਟਰ ਹੋਵੇ ਤਾਂ ਉੱਪਰਲੇ ਸਿਰਿਆਂ ਵਿਚਕਾਰਲੀ ਦੂਰੀ ਪਤਾ ਕਰੋ। ਦੇਖੋ ਜੀ 2 ਖੰਭੇ ਨੇ, ਠੀਕ ਹੈ। ਹੇਠਲੇ ਸਿਰਿਆਂ ਵਿਚਕਾਰਲੀ ਦੂਰੀ 12 ਦੇ ਰੱਖੀ ਹੈ, ਤਾਂ ਵੀ 12 ਹੋਊਗੀ, ਠੀਕ ਹੈ। ਉੱਪਰਲੇ ਸਿਰਿਆਂ ਵਿਚਕਾਰਲੀ ਦੂਰੀ ਆਪਾਂ ਪਤਾ ਕਰਨੀ ਹੈ, ਜਿਹਨੂੰ ਮੈਂ A ਲੈ ਲਾਂ, ਇਹਨੂੰ B, ਇਹਨੂੰ ਲੈ ਲੈਣਾ ਮੈਂ C, ਠੀਕ ਹੈ। ਅਤੇ ਜਿਹੜੀ ਉਹਨਾਂ ਦੀ ਉਚਾਈ ਆਪਾਂ ਨੂੰ ਦਿੱਤੀ ਹੈ, ਇੱਕ ਦੀ 6 ਦਿੱਤੀ ਹੈ, ਇੱਕ ਦੀ ਇਹਦੀ ਆਪਾਂ ਨੂੰ ਕਿੰਨੀ ਦੇ ਰੱਖੀ ਹੈ ਬੇਟਾ, ਇੱਥੇ ਤੱਕ 11, ਠੀਕ ਹੈ। ਇੱਥੇ ਤੱਕ ਆਪਾਂ ਨੂੰ 11 ਦਿੱਤੀ ਹੋਈ ਹੈ, ਇੱਥੇ ਤੱਕ 11, ਤਾਂ ਵੀ 6 ਹੋਊਗੀ ਕਿਉਂਕਿ ਇਹ 6 ਆ ਤਾਂ ਇਹ ਵੀ 6, ਤਾਂ ਕਿੰਨਾ ਹੋਊਗਾ 5। ਇਹ ਸੀ ਆਪਣੇ ਕੋਲ ਕਿੰਨਾ ਹੋਊਗਾ ਬੇਟਾ 5 ਹੋਊਗਾ। ਕਾਰਨ ਆਪਾਂ ਨੇ ਪਤਾ ਕਰਨਾ, ਉੱਪਰਲੇ ਸਿਰਿਆਂ ਵਿੱਚ ਕਰ ਲਈ ਦੂਰੀ, ਇਹ ਪਾਈਥਾਗੋਰਸ ਥਿਊਰਮ ਲੱਗ ਜੂਗੀ। ਲੰਬ ਦੀ 2 ਪਲੱਸ ਆਧਾਰ ਦੀ 2, ਮਤਲਬ ਲੰਬ ਦੀ 2 5 ਦਾ ਵਰਗ, ਆਧਾਰ ਮਤਲਬ 12 ਦਾ ਵਰਗ, 5 ਦਾ ਵਰਗ ਕਿੰਨਾ ਆ ਜਾਏਗਾ 25, 12 ਦਾ ਵਰਗ ਕਿੰਨਾ ਹੋ ਜਾਏਗਾ 144, ਮਤਲਬ 169, 169 ਦਾ ਵਰਗਮੂਲ ਕਿੰਨਾ ਹੋ ਜਾਏਗਾ ਬੇਟਾ 13। ਤਾਂ ਜਿਹੜਾ ਉੱਪਰਲੇ ਸਿਰਿਆਂ ਵਿਚਕਾਰ ਦੂਰੀ ਆ ਉਹ ਕਿੰਨੀ ਹੋਏਗੀ 13 ਮੀਟਰ ਹੋਏਗੀ। ਕਰਨ ਦੀ ਲੰਬਾਈ ਕੱਢਣੀ ਸੀ, ਕਰਨ ਇਹਦੇ ਵਿੱਚ ਕਿੰਨਾ ਆ ਜਾਏਗਾ 13 ਆ ਜਾਏਗਾ, ਵੀ ਸੌਖਾ ਹੀ ਸੀ, 13 ਮੀਟਰ ਆ ਜਾਏਗੀ ਦੂਰੀ, ਠੀਕ ਹੈ ਬੇਟਾ। ਇਹ ਸੀਗੇ 2 ਅੰਕਾਂ ਵਾਲੇ ਕੁਐਸਚਨ ਤ੍ਰਿਭੁਜ ਦੇ। ਦੇਖੋ ਬੇਟਾ ਇਸ 24ਵੇਂ ਕੁਐਸਚਨ ਨੂੰ ਦੇਖੋ, 24ਵਾਂ ਕੁਐਸਚਨ ਕੀ ਕਹਿੰਦਾ ਆਪਾਂ ਨੂੰ, 5 ਸੈਂਟੀਮੀਟਰ ਅਰਧ ਵਿਆਸ ਵਾਲੇ ਇੱਕ ਚੱਕਰ ਤੇ ਬਿੰਦੂ P ਹੈ। 5 ਸੈਂਟੀਮੀਟਰ ਅਰਧ ਵਿਆਸ ਵਾਲਾ ਕੋਈ ਚੱਕਰ ਆ, ਉਹਦੇ 'ਤੇ ਕੋਈ ਬਿੰਦੂ P ਹੈ, ਇੱਥੇ ਉਹਦਾ ਕੇਂਦਰ O ਹੈ, ਇੱਥੇ ਬਿੰਦੂ P ਹੈ। P ਤੋਂ ਸਪਾਰਸ਼ ਰੇਖਾ ਕਿਹੜੀ ਹੈ ਬੇਟਾ PQ, PQ ਹੈ ਜਿਹੜੀ ਇਹ ਕੀ ਹੈ ਸਪਾਰਸ਼ ਰੇਖਾ ਹੈ, ਠੀਕ ਹੈ। ਹੁਣ ਆਪਾਂ ਕੇਂਦਰ ਨਾਲ ਮਿਲਾ ਦਾਂਗੇ, ਠੀਕ ਹੈ। ਇਹ ਵਾਲਾ ਆਹ ਕੋਣ ਆਪਾਂ ਨੂੰ ਪਤਾ ਵੀ 90 ਡਿਗਰੀ ਹੁੰਦਾ ਹੈ, P 'ਤੇ ਜਿਹੜਾ ਕੋਣ ਬਣਦਾ ਉਹ 90 ਡਿਗਰੀ ਹੈ। 90 ਡਿਗਰੀ ਦੇ ਸਾਹਮਣੇ ਵਾਲੀ ਭੁਜਾ ਕਰਨ ਹੁੰਦੀ ਹੈ, ਮਤਲਬ OQ ਕੀ ਹੈ ਕਰਨ ਹੈ। OQ ਆਪਾਂ ਨੂੰ 12 ਦਿੱਤਾ ਹੈ, ਚੱਕਰ ਦਾ ਅਰਧ ਵਿਆਸ OP ਆਪਾਂ ਨੂੰ 5 ਦਿੱਤਾ, PQ ਆਪਾਂ ਨੇ ਪਤਾ ਕਰਨਾ, ਠੀਕ ਹੈ ਬੇਟਾ। ਤਾਂ ਆਪਾਂ ਕੀ ਪਤਾ ਕਰਨਾ, ਲੰਬ ਪਤਾ ਕਰਨਾ, ਆਧਾਰ ਤੇ ਕਰਨ ਆਪਾਂ ਨੂੰ ਦਿੱਤੇ ਹੋਏ ਨੇ। ਆਧਾਰ ਦਿੱਤਾ ਹੋਇਆ ਆਪਾਂ ਨੂੰ, ਕਰਨ ਦਿੱਤਾ, ਆਪਾਂ ਲੰਬ ਪਤਾ ਕਰਨਾ, ਤਾਂ ਉਹ ਕੀ ਬਣੇਗਾ ਬੇਟਾ OQ ਦੀ 2 ਬਰਾਬਰ ਬਣੇਗਾ OP ਦੀ 2 ਪਲੱਸ PQ ਦੀ 2, ਠੀਕ ਹੈ। ਤਾਂ ਇੱਥੋਂ ਆਪਾਂ PQ ਦੀ 2 ਕੱਢ ਲਾਂਗੇ, ਉਹ ਬਣ ਜੂਗਾ OQ ਦੀ 2 ਮਾਈਨਸ OP ਦੀ 2 ਵਿਚ ਇਜ਼ ਇਕੁਅਲ ਟੂ 12 ਦੀ 2, 12 ਦੀ 2 ਮਤਲਬ 12 ਦਾ ਵਰਗ ਮਤਲਬ 144, 7 ਦੀ 2 ਮਤਲਬ 49, ਠੀਕ ਹੈ ਬੇਟਾ। ਤਾਂ ਬਾਰੋਂ ਵਾਰੀ 144, ਸੌਰੀ ਅਰਧ ਵਿਆਸ ਆਪਾਂ ਨੂੰ 5 ਦਿੱਤਾ ਹੈ, ਤਾਂ ਆਪਾਂ 25 ਕਰਾਂਗੇ ਇਹਨੂੰ, ਠੀਕ ਹੈ। ਅਰਧ ਵਿਆਸ ਆਪਾਂ ਨੂੰ 5 ਦਿੱਤਾ, 5 ਸੈਂਟੀਮੀਟਰ ਅਰਧ ਵਿਆਸ, ਇਹ ਨਹੀਂ ਇਹ ਆਪਾਂ ਪਤਾ ਕਰਨਾ। ਅਰਧ ਵਿਆਸ OP ਆਪਾਂ ਨੂੰ 5 ਦਿੱਤਾ, ਤਾਂ 5 5 25, 144 ਦੇ ਵਿੱਚ ਆਪਾਂ 25 ਕੱਢਣੇ ਆ, ਤਾਂ ਆਪਣੇ ਕੋਲ 119 ਆ ਜਾਏਗਾ। ਤਾਂ PQ ਦੀ 2 ਆਪਣੇ ਕੋਲ 119 ਆ ਗਿਆ, ਤਾਂ PQ ਬਰਾਬਰ ਵਰਗਮੂਲ 119 ਸੈਂਟੀਮੀਟਰ ਆ ਜਾਏਗਾ, ਠੀਕ ਹੈ। ਆਪਾਂ ਪਾਈਥਾਗੋਰਸ ਥਿਊਰਮ ਲਾਵਾਂਗੇ ਸਿੰਪਲ, OQ ਦੀ 2 ਬਰਾਬਰ OP ਦੀ 2 ਪਲੱਸ PQ ਦੀ 2, ਤਾਂ PQ ਦੀ 2 ਬਰਾਬਰ OQ ਦੀ 2 ਮਾਈਨਸ OP ਦੀ 2, ਜਸਟ ਪੁੱਟ ਕਰਾਂਗੇ ਵੈਲਿਊਜ਼, ਆਪਣੇ ਕੋਲ ਵਰਗਮੂਲ 119 ਆ ਜਾਏਗਾ PQ, ਠੀਕ ਹੈ ਬੇਟਾ। ਇਹ ਸੀਗਾ ਆਪਣਾ 24ਵਾਂ। 25ਵਾਂ ਦੇਖੋ, ਇੱਕ ਬਿੰਦੂ Q ਤੋਂ ਚੱਕਰ ਤੇ ਸਪਾਰਸ਼ ਰੇਖਾ ਦੀ ਲੰਬਾਈ 24 ਸੈਂਟੀਮੀਟਰ ਹੈ, Q ਦੀ ਕੇਂਦਰ ਤੋਂ ਦੂਰੀ 25 ਹੈ, ਚੱਕਰ ਦਾ ਅਰਧ ਵਿਆਸ ਪਤਾ ਕਰੋ। ਦੇਖੋ ਆਪਾਂ ਪਹਿਲਾਂ ਸਪਾਰਸ਼ ਰੇਖਾ ਬਣਾ ਲਾਂਗੇ, ਸਪਾਰਸ਼ ਰੇਖਾ ਦੀ ਲੰਬਾਈ ਕਿੰਨੀ ਹੈ 24, ਉਹ ਬਿੰਦੂ Q ਹੈ, ਤਾਂ ਇੱਥੇ ਆਪਾਂ P ਬਿੰਦੂ ਲੈ ਲਾਂਗੇ। ਇਹ ਚੱਕਰ ਦਾ ਅਰਧ ਵਿਆਸ ਆਪਾਂ ਪਤਾ ਕਰਨਾ, ਠੀਕ ਹੈ ਬੇਟਾ। OP ਆਪਾਂ ਨੇ ਪਤਾ ਕਰਨਾ,
ਤੇ ਆਪਾਂ ਨੂੰ ਉਹ ਕਹੂ ਕੇਂਦਰ ਤੋਂ ਦੂਰੀ ਆਪਾਂ ਨੂੰ 25 ਦਿੱਤੀ, ਆਪਾਂ ਨੂੰ ਕਰਨ ਦਿੱਤਾ ਹੋਇਆ ਤੇ ਆਪਾਂ ਨੂੰ ਲੰਬ ਦਿੱਤਾ, ਆਧਾਰ ਆਪਾਂ ਪਤਾ ਕਰਨਾ। ਤਾਂ ਇਹ ਵੀ ਆਪਾਂ ਉਵੇਂ ਹੀ ਕੱਢਾਂਗੇ ਪਿਛਲੀ ਵਾਰ ਵਾਂਗੂ ਪਾਈਥਾਗੋਰਸ ਥਿਊਰਮ ਲਾ ਕੇ। OP ਦੀ 2 ਬਰਾਬਰ OQ ਦੀ 2 ਮਾਈਨਸ PQ ਦੀ 2, PQ ਲੰਬ ਹੈ ਜੀ। OQ ਦੀ 2 ਮਤਲਬ 25 ਦੀ 2, 25 ਦੀ 2 ਮਤਲਬ 625, 24 ਦੀ 2 ਮਤਲਬ 576। ਘਟਾ ਦਾਂਗੇ ਬੇਟਾ ਇਹਨੂੰ ਆਪਾਂ ਤਾਂ ਇਹ ਬਣ ਜਾਏਗਾ 49। OP ਦੀ 2 ਬਰਾਬਰ 49 ਤਾਂ OP ਬਰਾਬਰ 7। OP ਹੈ ਜਿਹੜਾ 7 ਸੈਂਟੀਮੀਟਰ ਆ ਜਾਏਗਾ। ਚੱਕਰ ਦਾ ਅਰਧ ਕਿੰਨਾ ਆ ਜਾਏਗਾ ਬੇਟਾ 7 ਸੈਂਟੀਮੀਟਰ ਆ ਜਾਏਗਾ। ਇੰਪੋਰਟੈਂਟ ਕੁਐਸਚਨ ਹੈ ਵੀ, ਸਿੰਪਲ ਆਪਾਂ ਪਾਈਥਾਗੋਰਸ ਥਿਊਰਮ ਇਹਦੇ 'ਤੇ ਲਾਈ ਹੈ। ਜਿਵੇਂ ਤੁਹਾਨੂੰ ਕਹਿੰਦੇ ਨੇ ਤੁਸੀਂ ਉਵੇਂ ਡਾਇਗਰਾਮ ਬਣਾਉਣੀ ਹੈ, ਤੁਸੀਂ ਪਾਈਥਾਗੋਰਸ ਥਿਊਰਮ ਲਾ ਕੇ ਹੱਲ ਕੱਢਣਾ। ਅਗਲਾ 26ਵਾਂ, ਇੱਕ ਬਿੰਦੂ A ਤੋਂ ਜੋ ਕਿ ਚੱਕਰ ਦੇ ਕੇਂਦਰ ਤੋਂ 5 ਸੈਂਟੀਮੀਟਰ ਦੀ ਦੂਰੀ 'ਤੇ ਹੈ, ਸਪਰਸ਼ ਰੇਖਾ ਦੀ ਲੰਬਾਈ 4 ਸੈਂਟੀਮੀਟਰ ਹੈ, ਚੱਕਰ ਦਾ ਅਰਧ ਵਿਆਸ ਪਤਾ ਕਰੋ। ਇਹ ਵੀ ਸੌਖਾ ਹੀ ਹੈ। ਦੇਖੋ ਇੱਕ ਬਿੰਦੂ A ਤੋਂ ਜੋ ਚੱਕਰ ਦੇ ਕੇਂਦਰ ਤੋਂ 5 ਸੈਂਟੀਮੀਟਰ ਦੀ ਦੂਰੀ 'ਤੇ ਹੈ, ਇਹ A ਆ ਕੋਈ ਬਿੰਦੂ, ਇਹ ਚੱਕਰ ਦੇ ਕੇਂਦਰ ਤੋਂ ਕਿੰਨੀ ਦੂਰ ਹੈ ਬੇਟਾ 5। ਚੱਕਰ ਤੇ ਸਪਰਸ਼ ਰੇਖਾ ਦੀ ਲੰਬਾਈ ਕਿੰਨੀ ਦੇ ਰੱਖੀ ਹੈ 4। ਠੀਕ ਹੈ ਬੇਟਾ। ਚੱਕਰ ਦਾ ਅਰਧ ਵਿਆਸ ਆਪਾਂ ਨੇ ਪਤਾ ਕਰਨਾ। ਇਹ ਚੱਕਰ ਦਾ ਅਰਧ ਵਿਆਸ ਹੋ ਜਾਊਗਾ, ਪਹਿਲਾਂ ਵਾਂਗੂ ਲਿਖ ਲਓ, ਇਹਨੂੰ O ਲਿਖ ਲਓ, ਇਹਨੂੰ O ਲਿਖ ਲਓ, ਇਹਨੂੰ P ਲਿਖ ਲਓ, ਅਤੇ ਇਹਨੂੰ A ਕਹਿ ਰਹੇ ਨੇ ਤਾਂ ਇਹਨੂੰ A ਲਿਖ ਲਓ, ਇਹਨੂੰ B ਲਿਖ ਲਓ। ਠੀਕ ਹੈ। ਚੱਕਰ ਦੇ ਕੇਂਦਰ ਨੂੰ ਆਪਾਂ O ਲਿਖ ਲਾਂਗੇ। ਤਾਂ ਆਪਾਂ O ਵੀ ਪਤਾ ਕਰਨਾ ਹੈ। OB ਬਰਾਬਰ ਕਰਨ ਦੀ 2 ਮਾਈਨਸ ਲੰਬ ਦੀ 2। ਕਰਨ ਆਪਣੇ ਕੋਲ ਕਿੰਨਾ ਵੀ OA ਦੀ 2 ਮਾਈਨਸ AB ਦੀ 2। OA ਕਿੰਨਾ ਆਪਣੇ ਕੋਲ 5 ਦੀ 2 ਮਤਲਬ 25। AB ਕਿੰਨਾ 4 ਮਤਲਬ 4 ਦਾ ਵਰਗ 16। 25 ਚੋਂ 16 ਕੱਢੇ ਆ ਜਾਊਗਾ 9। OB ਦੀ 2 ਬਰਾਬਰ 9 ਤਾਂ OB ਬਰਾਬਰ 3 ਸੈਂਟੀਮੀਟਰ। ਠੀਕ ਹੈ। ਜਿਹੜਾ ਚੱਕਰ ਦਾ ਅਰਧ ਵਿਆਸ ਆ ਉਹ ਕਿੰਨਾ ਹੋਏਗਾ 3 ਸੈਂਟੀਮੀਟਰ ਹੋਏਗਾ। ਇਹ 90 ਡਿਗਰੀ ਦਾ ਕੋਣ ਸੀ। ਠੀਕ ਹੈ। ਹਰ ਵਾਰ ਤੁਹਾਡੇ ਕੋਲ ਡਾਇਗਰਾਮ ਬਣਾਉਣੀ ਹੈ ਤੁਸੀਂ, ਇੱਕ ਸਮਕੋਣ ਤ੍ਰਿਭੁਜ ਬਣੂਗੀ, ਉਹਦੇ ਵਿੱਚ ਆਪਾਂ ਨੇ ਪਾਈਥਾਗੋਰਸ ਥਿਊਰਮ ਲਾਉਣੀ ਹੈ। ਇਹ ਵੀ ਸਿੰਪਲ ਸੀ, ਇੰਪੋਰਟੈਂਟ ਹੈ ਵੀ। ਠੀਕ ਹੈ ਬੇਟਾ। ਅਗਲਾ ਕੁਐਸਚਨ, 2 ਸਮਕੇਂਦਰੀ ਚੱਕਰਾਂ ਦੇ ਅਰਧ ਵਿਆਸ 5 ਸੈਂਟੀਮੀਟਰ ਅਤੇ 3 ਸੈਂਟੀਮੀਟਰ ਹਨ। ਵੱਡੇ ਚੱਕਰ ਦੀ ਉਹ ਜੀਵਾ ਦੀ ਲੰਬਾਈ ਪਤਾ ਕਰੋ ਜੋ ਛੋਟੇ ਚੱਕਰ ਨੂੰ ਸਪਰਸ਼ ਕਰਦੀ ਹੋਵੇ। ਸਮਕੇਂਦਰੀ ਚੱਕਰ ਨੇ, ਵੱਡੇ ਚੱਕਰ ਦੀ ਆਪਾਂ ਜੀਵਾ ਦੀ ਲੰਬਾਈ ਪਤਾ ਕਰਨੀ ਹੈ ਇਸ ਦੀ, ਜੋ ਛੋਟੇ ਚੱਕਰ ਨੂੰ ਕੀ ਕਰੇ ਸਪਰਸ਼ ਕਰੇ। ਠੀਕ ਹੈ ਬੇਟਾ। ਪਹਿਲਾਂ ਆਪਾਂ ਇਹਨੂੰ ਰਚਨਾ ਨੂੰ ਕੰਪਲੀਟ ਕਰ ਲੈਂਦੇ ਹਾਂ। ਜਿਵੇਂ ਆਪਾਂ ਰਚਨਾ ਕਰ ਲੈਂਦੇ ਹਾਂ, ਇਹਨੂੰ O ਲਿਖ ਲਓ, ਇਹਨੂੰ PQR। ਜਿਹੜੀ ਜੀਵਾ ਉਹ PQ ਹੈ ਤਾਂ ਆਪਾਂ PR ਕੱਢ ਲਾਂਗੇ। PR ਤੇ RQ ਬਰਾਬਰ ਨੇ। ਠੀਕ ਹੈ ਬੇਟਾ। ਇਹ ਸਪਰਸ਼ ਬਿੰਦੂ 'ਤੇ ਸਮਦਭਾਜਿਤ ਹੁੰਦੀ ਹੈ। ਅਰਧ ਵਿਆਸ ਆ ਜਿਹੜਾ ਸਮਕੇਂਦਰੀ ਚੱਕਰ ਨੂੰ ਸਪਰਸ਼ ਬਿੰਦੂ 'ਤੇ ਸਮਦਭਾਜਿਤ ਕਰ ਦਿੰਦਾ ਜੀਵਾ ਨੂੰ। ਠੀਕ ਹੈ। ਤਾਂ ਇਹਦਾ ਮਤਲਬ PR ਤੇ RQ ਇੱਕੋ ਜਿਹੇ ਨੇ। ਆਪਾਂ PR ਕੱਢ ਲਾਂਗੇ, ਉਨਾ ਹੀ RQ ਹੋਊਗਾ, ਦੋਵਾਂ ਨੂੰ ਜੋੜ ਦਾਂਗੇ, PQ ਆਪਣੇ ਕੋਲ ਜੀਵਾ ਦੀ ਲੰਬਾਈ ਆ ਜਾਏਗੀ। ਤਾਂ ਵੱਡੇ ਚੱਕਰ ਤੇ ਛੋਟੇ ਚੱਕਰ ਦਾ ਅਰਧ ਵਿਆਸ, ਵੱਡੇ ਚੱਕਰ ਦਾ ਅਰਧ ਵਿਆਸ ਆਪਾਂ ਨੂੰ 5 ਦਿੱਤਾ ਹੈ। ਠੀਕ ਹੈ। ਛੋਟੇ ਚੱਕਰ ਦਾ ਅਰਧ ਵਿਆਸ ਆਪਾਂ ਨੂੰ 3 ਦਿੱਤਾ। ਆਪਾਂ ਨੇ ਇਹ ਕੱਢਣਾ PR ਦੀ 2। ਫਿਰ ਤੁਹਾਨੂੰ ਪਤਾ ਹੀ ਹੈ ਵੀ ਆਹ ਕੋਣ 90 ਡਿਗਰੀ ਹੈ। ਕਰਨ ਦੀ 2, ਕਰਨ ਦੀ 2 ਇੱਥੇ ਕਿੰਨਾ ਵੀ OP ਦੀ 2 ਮਾਈਨਸ OR ਦੀ 2। ਪਾਈਥਾਗੋਰਸ ਲਾ ਦੀ। ਕਾਰਨ ਦੀ 2 ਮਾਈਨਸ ਲੰਬ ਦੀ 2। ਕਰਨ ਕਿੰਨਾ, ਕਰਨ ਦੀ 2 ਮਤਲਬ 5 ਦੀ 5 ਦਾ ਵਰਗ 25। OR ਮਤਲਬ 3, 3 ਦਾ ਵਰਗ 9। PR ਦੀ 2 ਬਰਾਬਰ 16। PR ਦੀ 2 ਬਰਾਬਰ 16 ਤਾਂ ਇਹਦਾ ਮਤਲਬ PR ਕਿੰਨਾ ਹੋ ਜਾਊਗਾ ਬੇਟਾ, PR ਕਿੰਨਾ ਹੋ ਜੂ 4। ਜੇ PR 4 ਹੈ, ਠੀਕ ਹੈ, ਤਾਂ RQ ਵੀ 4 ਹੋਊ। ਤਾਂ ਜਿਹੜੀ ਜੀਵਾ ਹੈ ਉਹਦੀ ਲੰਬਾਈ ਕਿੰਨੀ ਹੋਊਗੀ 4 + 4 8। ਠੀਕ ਹੈ। PQ ਦੀ ਲੰਬਾਈ ਕਿੰਨੀ ਹੋ ਜਾਊਗੀ 4 + 4 ਕਿੰਨੀ ਹੋ ਜਾਊਗੀ ਬੇਟਾ 8 ਸੈਂਟੀਮੀਟਰ ਹੋਊਗੀ। ਠੀਕ ਹੈ। ਵੀ ਆਸਾਨ ਸੀ। ਅਗਲਾ ਕੁਐਸਚਨ ਦੇਖੋ, TP ਤੇ TQ ਕੇਂਦਰ O ਵਾਲੇ ਕਿਸੇ ਚੱਕਰ 'ਤੇ 2 ਸਪਰਸ਼ ਰੇਖਾਵਾਂ ਹਨ। ਇਸ ਤਰ੍ਹਾਂ ਹਨ ਕਿ POQ 110 ਡਿਗਰੀ ਤਾਂ PTQ ਕੋਣ ਪਤਾ ਕਰੋ। ਆਹ ਕੋਣ ਆਪਾਂ ਦੱਸਣਾ ਕਿੰਨੇ ਡਿਗਰੀ ਦਾ, ਕਿੰਨੇ ਦਾ ਹੋਊਗਾ ਬੇਟਾ ਇਹ 70 ਡਿਗਰੀ ਦਾ। ਠੀਕ ਹੈ। ਕਿਉਂਕਿ ਚੱਕਰ ਦੇ ਅਰਧ ਵਿਆਸਾਂ ਦੁਆਰਾ ਬਣਿਆ ਕੋਣ ਸਪਰਸ਼ ਰੇਖਾਵਾਂ ਵਿਚਕਾਰਲਾ ਕੋਣ ਜਿਹੜਾ ਚੱਕਰ ਤੇ ਕੇਂਦਰ 'ਤੇ ਕੋਣ ਬਣਦਾ, ਉਹ ਦੋਵੇਂ ਕੋਣ ਇੱਕ ਦੂਜੇ ਦੇ ਸੰਪੂਰਕ ਹੁੰਦੇ ਨੇ। ਸੰਪੂਰਕ ਭਾਵ ਉਹਨਾਂ ਦੋਹਾਂ ਦਾ ਜੋੜ ਕਿੰਨਾ ਹੁੰਦਾ 180।
ਤਾਂ ਇਹ ਕੋਣ ਕਿੰਨੇ ਡਿਗਰੀ ਹੋਊਗਾ, ਕਿੰਨਾ ਹੋਊਗਾ ਬੇਟਾ, ਇਹ 70 ਡਿਗਰੀ ਹੋਊਗਾ। ਤੁਸੀਂ ਕੀ ਲਿਖੋਗੇ, ਕੋਣ POQ ਪਲੱਸ ਕੋਣ PTQ ਬਰਾਬਰ 180। ਠੀਕ ਹੈ, ਇੱਥੋਂ ਤੁਸੀਂ ਕੱਢ ਲਓਗੇ ਕੋਣ PTQ ਬਰਾਬਰ 180 ਮਾਈਨਸ 110 ਬਰਾਬਰ 70 ਡਿਗਰੀ, ਕਿਉਂਕਿ ਇਹ ਕੋਣ ਅਤੇ ਇਹ ਕੋਣ ਦੋਨੇ ਇੱਕ ਦੂਜੇ ਦੇ ਸੰਪੂਰਕ ਕੋਣ ਹੁੰਦੇ ਨੇ। ਸੰਪੂਰਕ ਉਹ ਹੁੰਦੇ ਨੇ ਜਿਨ੍ਹਾਂ ਦਾ ਜੋੜ 180 ਹੋਵੇ। ਠੀਕ ਹੈ ਬੇਟਾ, ਇਹ ਸੀਗੇ ਤੁਹਾਡੇ 1 ਅਤੇ 2 ਅੰਕਾਂ ਵਾਲੇ ਕੁਐਸਚਨ। ਉਸ ਤੋਂ ਬਾਅਦ ਜਿਹੜੀ ਇੰਪੋਰਟੈਂਟ ਥਿਓਰਮ ਨੇ ਉਹ ਮੈਂ ਤੁਹਾਨੂੰ ਦੱਸ ਦਿੰਦਾ। ਥੇਲਜ਼ ਥਿਓਰਮ ਜਾਂ ਇਹਨੂੰ ਮੂਲ ਸਮਾਨੁਪਾਤਤਾ ਥਿਓਰਮ ਵੀ ਬੋਲ ਦਿੰਦੇ ਨੇ, ਇਹ ਇੰਪੋਰਟੈਂਟ ਥਿਓਰਮ ਹੈ। ਠੀਕ ਹੈ, ਸਿੰਪਲ ਤੁਸੀਂ ਇਹਦੇ ਵਿੱਚ ਕੀ ਕਰਨਾ, ਇਹਦੀ ਪਹਿਲਾਂ ਪਰਿਭਾਸ਼ਾ ਤੁਹਾਨੂੰ ਪਤਾ ਹੋਵੇ। ਜੇ ਇੱਕ ਤ੍ਰਿਭੁਜ ਦੇ ਵਿੱਚ ਇੱਕ ਭੁਜਾ ਦੇ ਸਮਾਂਤਰ ਬਾਕੀ ਦੀਆਂ ਦੋ ਭੁਜਾਵਾਂ ਨੂੰ ਭਿੰਨ ਭਿੰਨ ਬਿੰਦੂਆਂ 'ਤੇ ਕੱਟਦੀ ਰੇਖਾ ਖਿੱਚੀ ਜਾਵੇ ਤਾਂ ਉਸ ਨਾਲ ਜਿਹੜੀਆਂ ਭੁਜਾਵਾਂ ਨੇ ਉਹ ਅਨੁਪਾਤ ਵਿੱਚ ਵੰਡੀਆਂ ਜਾਂਦੀਆਂ। ਠੀਕ ਹੈ, ਜਿਵੇਂ ਇਹਦੇ ਵਿੱਚ ਡਾਇਗਰਾਮ ਹੈ, ਇਹਦੇ ਵਿੱਚ ਇਹ ਰੇਖਾ ਖਿੱਚੀ ਹੋਈ ਹੈ DE, ਇਹਨਾਂ ਨੂੰ ਭਿੰਨ ਭਿੰਨ ਬਿੰਦੂਆਂ 'ਤੇ ਕੱਟਦੀ ਹੈ। ਇਹਦੇ ਨਾਲ ਆਹ ਦੋਵੇਂ ਭੁਜਾਵਾਂ ਦਾ ਅਨੁਪਾਤ ਕੀ ਹੋ ਜਾਏਗਾ, ਬਰਾਬਰ, ਮਤਲਬ AD/DB ਬਰਾਬਰ AE/EC ਹੋਏਗਾ। ਇਹ ਆਪਾਂ ਸਿੱਧ ਕਰਨਾ। ਠੀਕ ਹੈ, ਉਦੋਂ ਬਾਅਦ ਤੁਸੀਂ ਖੇਤਰਫਲ ਵਾਲੇ ਫਾਰਮੂਲੇ ਲਾ ਕੇ ਇਹਨੂੰ ਸਿੰਪਲ ਹੱਲ ਕਰ ਸਕਦੇ ਹੋ। ਠੀਕ ਹੈ, ਇਹ ਗੁਰਸਰਨਜੀਤ ਮੈਥ ਮਾਸਟਰ ਸੱਚ ਜਨੇਰੀਆਂ ਫਰੀਦਕੋਟ ਉਹਨਾਂ ਨੇ ਤਿਆਰ ਕੀਤੇ ਨੇ। ਠੀਕ ਹੈ ਬੇਟਾ, ਇੱਕ ਇਹ ਥਿਓਰਮ ਤੁਸੀਂ ਵਾਰ-ਵਾਰ ਲਿਖ ਕੇ ਵੇਖਣੀ ਆ, ਇੱਕ ਪਾਈਥਾਗੋਰਸ। ਠੀਕ ਹੈ, ਜਿਹੜੀ ਆਪਾਂ ਹਰ ਸਵਾਲ 'ਚ ਲਗਭਗ ਲਾ ਰਹੇ ਹਾਂ ਵੀ ਸਮਕੋਣ ਤ੍ਰਿਭੁਜ ਦੇ ਵਿੱਚ ਕਰਨ ਦਾ ਵਰਗ ਬਾਕੀ ਦੀਆਂ ਦੋ ਭੁਜਾਵਾਂ ਦੇ ਵਰਗਾਂ ਦੇ ਜੋੜ ਦੇ ਬਰਾਬਰ ਹੁੰਦਾ। ਇਹ ਵੀ ਤੁਸੀਂ ਪ੍ਰੂਫ ਇਹਨੂੰ ਹੱਲ ਕਰਕੇ ਵਾਰ-ਵਾਰ ਦੇਖਣਾ, ਇਹ ਵੀ ਪੇਪਰ ਦੇ ਵਿੱਚ ਤੁਹਾਨੂੰ ਪੁੱਛੀ ਜਾ ਸਕਦੀ ਹੈ। ਅਤੇ ਮੋਸਟ ਇੰਪੋਰਟੈਂਟ ਥਿਓਰਮ ਚੱਕਰ ਦੇ ਵਿੱਚੋਂ ਵੀ ਚੱਕਰ ਦੇ ਬਾਹਰੀ ਬਿੰਦੂ ਤੋਂ ਖਿੱਚੀਆਂ ਸਪਰਸ਼ ਰੇਖਾਵਾਂ ਦੀਆਂ ਲੰਬਾਈਆਂ ਬਰਾਬਰ ਹੁੰਦੀਆਂ ਹਨ। ਠੀਕ ਹੈ ਬੇਟਾ, ਇਹ ਮੈਂ ਤੁਹਾਨੂੰ ਕਰਵਾ ਦਿੰਦਾ। ਇੱਕ ਚੱਕਰ ਦੇ ਬਾਹਰੀ ਬਿੰਦੂ, ਇੱਕ ਆਪਾਂ ਚੱਕਰ ਖਿੱਚਣਾ, ਉਹਦੇ ਬਾਹਰੀ ਬਿੰਦੂ ਲੈਣਾ P ਲੈ ਰੱਖਿਆ ਜਿਵੇਂ ਇੱਥੇ। ਠੀਕ ਹੈ, ਆਹ ਚੱਕਰ ਦਾ ਕੇਂਦਰ ਹੈ, ਆਹ ਰਚਨਾ ਕਰਨੀ ਹੈ। ਸਿੱਧਾ ਆਪਾਂ ਕੀ ਕਰਨਾ ਵੀ ਇਹ ਲੰਬਾਈਆਂ PQ ਅਤੇ PR ਦੀਆਂ ਲੰਬਾਈਆਂ ਸਪਰਸ਼ ਰੇਖਾਵਾਂ ਦੀਆਂ ਲੰਬਾਈਆਂ ਬਰਾਬਰ ਹੁੰਦੀਆਂ। ਠੀਕ ਹੈ, ਇਹ ਸਿੱਧ ਕਰਨਾ। ਉਦੋਂ ਬਾਅਦ ਰਚਨਾ ਦੇ ਵਿੱਚ ਇਹਨੂੰ ਇਹਦੇ ਨਾਲ ਮਿਲਾ ਦਿਓ, ਇਹਨੂੰ ਇਹਦੇ ਨਾਲ, ਆਹ ਤਿੰਨਾਂ ਨੂੰ ਮਿਲਾ ਦਿਓ, O ਨੂੰ P ਨਾਲ, Q ਨਾਲ ਅਤੇ R ਨਾਲ ਮਿਲਾਓ। ਠੀਕ ਹੈ ਬੇਟਾ, ਉਦੋਂ ਬਾਅਦ ਜਿਹੜੀਆਂ ਆਪਣੇ ਕੋਲ ਆਹ ਦੋ ਤ੍ਰਿਭੁਜਾਂ ਬਣੀਆਂ, ਇੱਕ ਉੱਪਰ ਬਣ ਗਈ ਇੱਕ ਨੀਚੇ ਬਣ ਗਈ, ਇਹਨਾਂ ਨੂੰ ਆਪਾਂ ਸਰਵੰਗ ਸਮ ਕਰਨਾ। ਦੇਖੋ ਕਿਵੇਂ ਕਰਾਂਗੇ, ਕੋਣ Q ਬਰਾਬਰ ਕੋਣ R, ਕਿਉਂ ਵੀ ਸਮਕੋਣ ਨੇ, ਇਹ ਦੋਵੇਂ ਕੋਣ ਕੀ ਨੇ, ਸਮਕੋਣ ਨੇ, ਮਤਲਬ 90 ਡਿਗਰੀ ਦੇ ਕੋਣ ਨੇ। OP ਬਰਾਬਰ OP, ਇਹਨਾਂ ਦੋਵੇਂ ਤ੍ਰਿਭੁਜਾਂ ਦੇ ਵਿੱਚ ਕੀ ਆ ਜਾਏਗਾ, ਸਾਂਝੀ ਭੁਜਾ ਨਾ, OP ਅਤੇ OP ਦੋਨਾਂ 'ਚ ਹੀ ਆਉਂਦੀ ਹੈ। ਠੀਕ ਹੈ, ਉਦੋਂ ਬਾਅਦ ਬੇਟਾ OQ ਬਰਾਬਰ OR, ਇਹ ਕਿਉਂ ਬਰਾਬਰ ਨੇ, ਕਿਉਂਕਿ ਇਹ ਚੱਕਰ ਦੇ ਕੀ ਨੇ, ਅਰਧ ਵਿਆਸ ਨੇ। ਠੀਕ ਹੈ, ਚੱਕਰ ਦੇ ਅਰਧ ਵਿਆਸ ਬਰਾਬਰ ਹੁੰਦੇ ਨੇ, ਇਸ ਕਰਕੇ ਬਰਾਬਰ ਨੇ। ਹੁਣ ਦੇਖੋ ਵੀ ਇੱਕ ਕੋਣ ਬਰਾਬਰ ਆ, ਦੋ ਭੁਜਾਵਾਂ ਬਰਾਬਰ ਨੇ, ਤਾਂ ਕਿਹੜਾ ਨਿਯਮ ਲੱਗ ਜਾਏਗਾ, SAS, ਜਾਂ ਆਪਾਂ ਕਹਾਂਗੇ RHS ਨਿਯਮ ਅਨੁਸਾਰ ਇਹ ਦੋਨੋਂ ਤ੍ਰਿਭੁਜਾਂ ਕੀ ਹੋ ਜਾਣਗੀਆਂ, ਸਰਵੰਗ ਸਮ। ਠੀਕ ਹੈ, ਤ੍ਰਿਭੁਜ OPQ ਸਰਵੰਗ ਸਮ ਹੋ ਜਾਏਗੀ ਤ੍ਰਿਭੁਜ ORP ਦੇ। ਠੀਕ ਹੈ, ਸਰਵੰਗ ਸਮ ਹੋ ਜਾਣਗੀਆਂ। ਤਾਂ ਉਦੋਂ ਬਾਅਦ ਫਿਰ ਆਪਾਂ ਇਹਦਾ ਕੋਈ ਵੀ ਪਾਰਟ ਬਰਾਬਰ ਕਰ ਸਕਦੇ ਹਾਂ ਸਰਵੰਗ ਸਮ। ਫਿਰ ਉਦੋਂ ਬਾਅਦ ਆਪਾਂ ਲਿਖਾਂਗੇ PQ ਬਰਾਬਰ PR CPCT। ਇਹ CPCT ਜਿਹੜਾ ਲਿਖਣਾ ਨਹੀਂ ਭੁੱਲਣਾ। ਇਹ ਕੀ ਹੁੰਦਾ, ਸਰਵੰਗ ਸਮ ਤ੍ਰਿਭੁਜਾਂ ਦੇ ਸੰਗਤ ਭਾਗ। ਠੀਕ ਹੈ, ਕੋਰਸਪੋਂਡਿੰਗ ਪਾਰਟਸ ਆਫ ਕੰਗਰੂਐਂਟ ਟ੍ਰਾਇੰਗਲਸ। ਠੀਕ ਹੈ ਬੇਟਾ, ਇਹ ਸੀ ਆਪਣੀ ਥਿਓਰਮ ਅਤੇ ਉਹਦਾ ਪ੍ਰੂਫ। ਠੀਕ ਹੈ, ਇਹ ਤੁਸੀਂ ਸਮਝ ਲੈਣਾ। ਇਹ 3 ਥਿਓਰਮਾਂ ਤੁਸੀਂ ਕਰਨੀਆਂ ਨੇ ਅਤੇ ਬਾਕੀ ਜਿਹੜੇ 1 ਅਤੇ 2 ਅੰਕਾਂ ਵਾਲੀ ਇਹਨਾਂ ਦੀ ਦੁਹਰਾਈ ਕਰਨੀ ਹੈ। ਠੀਕ ਹੈ ਬੇਟਾ, ਥੈਂਕ ਯੂ।